ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ। ਸਵਈਆ ਸੁੰਦਰ ਸ੍ਰੀ ਅਰਬਿੰਦ ਬਨੇ। ਗੁਰ ਕੀਰਤ ਆਨੰਦ ਬ੍ਰਿੰਦ ਜਈ। ਮੰਜੁਲ ਰੂਪ ਮਰਾਲਨ ਉਜਲ। ਸਾਰਦ ਸ਼ੋਭਤ ਨਿਤ ਨਈ। ਸੁੰਦਰ ਸ੍ਰੀ ਅਰਬਿੰਦ ਬਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੀ ਬੇਨਤੀ ਬੇਅੰਤ ਕਿਰਪਾ ਲੈ ਹੈ। ਜਿਸ ਕਾਲ ਪੁਰਖ ਵਾਹਿਗੁਰੂ ਨੇ ਸਾਡੀ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਦਰਸ਼ਨ ਦਿਦਾਰ ਬਖਸ਼ੇ, ਸਾਨੂੰ ਭਾਵ ਭਗਤੀ ਵਾਲੇ ਬਣਾਇਆ। ਉਸ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਜਿਵੇਂ ਭਾਈ ਵਾਲਾ ਜੀ ਨੇ, ਗੁਰੂ ਅੰਗਦ ਸਾਹਿਬ, ਬਾਬਾ ਬੁੱਢਾ ਸਾਹਿਬ, ਭਾਈ ਜੀਵਾ ਜੀ, ਇਸੇ ਤਰ੍ਹਾਂ ਭਾਈ ਜੋਧ ਆਦਿਕ ਗੁਰਸਿੱਖਾਂ ਦੇ ਤਾਈਂ ਸਰਵਣ ਕਰਾਇਆ। ਉਸੇ ਭਾਈ ਬਾਲੀ ਵਾਲੀ ਜਨਮ ਸਾਖੀ ਦਾ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਛੰਦਾਬੰਦੀ ਵਿੱਚ ਕੀਤਾ ਹੈ। ਉਹ ਇਤਿਹਾਸ ਆਪਾਂ ਪ੍ਰਾਰੰਭ ਕੀਤਾ ਹੈ। ਕੀਰਤਨ ਤੋਂ ਬਾਅਦ ਆਪਾਂ ਲੜੀਵਾਰ ਰੂਪ ਵਿੱਚ ਕੋਈ ਨਾ ਕੋਈ ਪ੍ਰਸੰਗ ਪੜ੍ਹਦੇ ਸੁਣਦੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰਪੁਰੂ ਵਿੱਚ ਦਰਸ਼ਨ ਦੀਦਾਰ ਕਰਨ ਵਾਸਤੇ ਜਿਹੜੇ ਦੇਵਤੇ ਹਨ ਉਹ ਪਹੁੰਚੇ ਨੇ ਤੇ ਆਪ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ।
ਚੰਦਨ ਕੇਸਰ ਆਦਿਕ ਛਿੜਕ ਰਹੇ ਨੇ, ਧੂਪਾਂ ਤੁਖਾਰੇ ਜੈ ਜੈਕਾਰ ਕਰ ਰਹੇ ਨੇ। ਤੇ ਇਧਰ ਮਾਤਾ ਤ੍ਰਿਪਤਾ ਜੀ ਨੂੰ ਇਉਂ ਯਾਨੀ ਪ੍ਰਤੀਰੇ ਜਿਵੇਂ ਸੁਪਨਾ ਆਇਆ ਹੁੰਦਾ ਹੈ, ਇਉਂ ਦਰਸ਼ਨ ਦੀਦਾਰ ਕਰਕੇ ਮੱਥਾ ਟੇਕ ਕੇ ਪੂਜਾ ਕਰਕੇ ਜਦੋਂ ਦੇਵਤੇ ਵਾਪਸ ਪਰਤ ਗਏ, ਇਧਰ ਮਾਤਾ ਜੀ ਦੇ ਵੀ ਉਹ ਸੁਪਨਾ ਪੂਰਾ ਹੋ ਗਿਆ, ਅੱਖ ਖੁੱਲ ਗਈ ਹੈ, ਜਾਗੇ ਹਨ, ਚਰਜੇ ਹੋਏ ਹਨ। ਫਿਰ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਅੰਗਾਂ ਨੂੰ ਤੱਕਣ ਲੱਗੇ, ਦੇਖ ਰਹੇ ਵੀ ਤਾਂ ਸਰੀਰ ਤੇ ਵੀ ਚੰਦਨ ਛਿੜਕਿਆ ਪਿਆ ਹੈ, ਮਿੱਕਾਂ ਮਾਰ ਰਿਹਾ ਸਰੀਰ। ਫਿਰ ਖਿਆਲ ਕਰਦੇ ਵੀ ਇਹ ਸੁਪਨਾ ਸੀ ਕਿ ਸੱਚ ਹੈ। ਅਖੀਰੇ ਮਨ ਵਿੱਚ ਨਿਸ਼ਚਾ ਭਰੋਸਾ ਆ ਗਿਆ ਵੀ ਇਹ ਗੁਰੂ ਨਾਨਕ ਸਾਹਿਬ ਮੇਰੇ ਕੋਈ ਪੁੱਤਰ ਨਹੀਂ, ਇਹ ਤਾਂ ਅਵਤਾਰ ਹਨ। ਆ ਜਦੋਂ ਸ਼ਰਧਾ ਭਾਵਨਾ ਜੀ ਮਨ ਅੰਦਰ ਲੈ ਆਉਂਦੀ ਹੈ, ਗੁਰੂ ਮਹਾਰਾਜ ਦੀ ਮੌਜ ਹੈ ਵੀ ਅਜੇ ਨਹੀਂ ਉਹ ਸਮਾਂ ਆਇਆ, ਜਿਸ ਕਰਕੇ ਉਹ ਮੋਹ ਦੀ ਅਗਿਆਨ ਦੀ ਜਿਹੜੀ ਕਨਾਲ ਜੀ ਫੇਰ ਤਾਣ ਦਿੱਤੀ ਹੈ। ਤੇ ਆ ਬਾਲਕ ਰੂਪ ਵਿੱਚੋਂ ਉੱਠੇ ਹਨ, ਜਿਵੇਂ ਕੋਈ ਬਹੁਤ ਭੁੱਖੇ ਹੁੰਦੇ, ਇਸ ਤਰ੍ਹਾਂ ਦਾ ਮੂੰਹ ਜਿਹਾ ਰੁੱਖਾ ਜਿਹਾ ਕਰਕੇ ਮਾਤਾ ਨੂੰ ਕਹਿਣ ਲੱਗੇ, ਛੇਤੀ ਭੋਜਨ ਖਾਓ, ਭੁੱਖ ਬਹੁਤ ਲੱਗੀ ਹੈ। ਜਾਂ ਮੋਹ ਦੇ ਪ੍ਰੇਮ ਦੇ ਵਚਨ ਜੇ ਕਹਿ ਕੇ ਬਸ ਫਿਰ ਪਰਦਾ ਪਾ ਦਿੱਤਾ ਹੈ। ਮਾਤਾ ਜੀ ਉਧਰ ਪਰਚ ਗਏ ਨੇ, ਭੋਜਨ ਛਕਾਉਣ ਲੱਗ ਪਏ, ਛਕਾ ਕੇ ਫਿਰ ਦੌੜ ਲਾ ਦਿੱਤੀ, ਬੱਚਿਆਂ ਵਿੱਚ ਜਾ ਕੇ ਬਾਲ ਲੀਲਾ ਕਰਨ ਲੱਗ ਪਏ। ਇਸ ਤਰ੍ਹਾਂ ਦਾ ਇਹ ਬਾਲ ਲੀਲਾ ਦਾ ਪ੍ਰਸੰਗ, ਦੇਵੀ ਦੇਵਤਿਆਂ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਤੇ ਪੂਜਾ ਕਰਨ ਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਸਥਾਰ ਨਾਲ ਸੁਣਿਆ ਸੀ। ਇਸ ਤਰ੍ਹਾਂ ਅੱਗੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ ਇਹ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਸੰਗ ਵਿੱਚ ਹੀ ਆਏਗਾ, ਜਦੋਂ ਆਪ ਜੀ ਨੇ ਬਡਾਲੀ ਸਾਹਿਬ ਵਿਖੇ ਮਾਤਾ ਗੰਗਾ ਜੀ ਦੇ ਉਦਰ ਰਾਹੀਂ ਅਵਤਾਰ ਧਾਰਿਆ ਸੀ। ਆਪ ਵੀ ਮਾਤਾ ਦੇ ਨਾਲ ਹੀ ਪੰਗਤ ਤੇ ਬਿਰਾਜੇ ਹੋਏ ਸਨ। ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਹ ਸਾਰੇ ਦੇਵਤੇ ਆਏ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਦੇ ਪੰਗਤਾਂ ਨੂੰ ਉੱਠ ਕੇ ਬਾਹਰ ਵਿਹੜੇ ਵਿੱਚ ਆ ਗਏ ਸਨ। ਤੇ 4 ਸਫੇਰੇ ਘੇਰਾ ਕੱਤ ਕੇ ਜਿੰਨੇ ਦੇਵਤੇ ਆ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਕੁਬੇਰ ਬ੍ਰਹਸਪਤ ਇੰਦਰ ਆਦਿਕ ਮੱਥੇ ਟੇਕ ਕੇ ਜੈ ਜੈਕਾਰ ਕਰੇ, ਚੰਦਨ ਛਿੜਕ ਰਿਹਾ, ਫੁੱਲਾਂ ਦੀ ਬਾਰਿਸ਼ ਕਰ ਰਹੇ ਹੈ, ਧੂਪਾਂ ਦਿਖਾ ਰਹੇ। ਤੇ ਇਸ ਤਰ੍ਹਾਂ ਜਦੋਂ ਉਹ ਪੂਜਾ ਕਰਕੇ ਮੱਥਾ ਟੇਕ ਕੇ ਦੇਵਤੇ ਜਾ ਰਹੇ ਸੀ, ਇੱਧਰ ਮਾਤਾ ਗੰਗਾ ਜੀ ਦੀ ਅੱਖ ਖੁੱਲ ਗਈ ਸੀ। ਦੇਖਿਆ ਵੀ ਪੁੱਤਰ ਕਿੱਧਰ ਗਿਆ, ਵਿਹੜੇ ਵੱਲ ਚੱਕਿਆ ਤੇ ਉਹ ਦੇਵਤਿਆਂ ਦੇ ਜਾਂਦਿਆਂ ਦੀ ਪਿੱਠ ਜੀ ਦਿਸੀ ਹੈ। ਫਿਰ ਅਫੜਾ ਦਫੜੀ ਨਾਲ ਉੱਠੇ, ਭੱਜ ਕੇ ਬਾਹਰ ਆਏ। ਮਨ ਵਿੱਚ ਭੁਲੇਖਾ ਪੈ ਗਿਆ ਵੀ ਸ਼ਾਇਦ ਚੋਰ ਲੈਣ ਆ ਗਏ ਸੀ ਇਹਨਾਂ ਨੂੰ, ਜੇ ਕਿਤੇ ਮੈਂ ਨਾ ਜਾਗਦੀ ਇਹਨਾਂ ਨੂੰ ਲੈ ਜਾਣਾ ਸੀ, ਬਹੁਤ ਦੁੱਖ ਹੋਣਾ ਸੀ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮੌਜ ਦੇ ਮਾਲਕ ਹੈ, ਕੋਈ ਨਹੀਂ ਦੱਸਿਆ ਵੀ ਕੌਣ ਆਇਆ ਤੇ ਕੌਣ ਗਿਆ ਹੈ। ਮਾਤਾ ਗੰਗਾ ਜੀ ਨੇ ਪਤੀ ਸਤਿਗੁਰਾਂ ਕੋਲ ਗੱਲ ਕੀਤੀ ਵੀ ਇਹ ਛੋਟਾ ਜਿਹਾ ਪਿੰਡ ਹੈ, ਇੱਥੇ ਸਾਹਿਬਜ਼ਾਦੇ ਨੂੰ ਰਹਿੰਦਿਆਂ ਕੋਰ ਵਿਘਨ ਪੈਂਦੇ। ਰਾਤ ਚੋਰ ਆ ਗਏ ਸੀ, ਵਿਹੜੇ ਵਿੱਚ ਘੇਰਾ ਕੱਤਿਆ ਸੀ, ਲੈ ਕੇ ਜਾ ਰਹੇ ਸੀ। ਮੇਰੀ ਅਚਨਚੇਤ ਜਾਗ ਖੁੱਲ ਗਈ, ਪਤਾ ਲੱਗ ਗਿਆ ਮੈਨੂੰ, ਦੇਖ ਕੇ ਭੱਜ ਗਏ। ਨਹੀਂ, ਉਹਨਾਂ ਨੇ ਲੈ ਜਾਣਾ ਸੀ ਇਹਨਾਂ ਨੂੰ। ਸੋ ਮੇਰੀ ਬੇਨਤੀ ਮੰਨੋ, ਸ੍ਰੀ ਅੰਮ੍ਰਿਤਸਰ ਸਾਹਿਬ ਚੱਲੋ, ਉੱਥੋਂ ਹਰ ਤਰ੍ਹਾਂ ਕਰਕੇ ਇਹਨਾਂ ਦੀ ਰੱਖਿਆ ਹੋ ਸਕੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਦੇ ਸਨ, ਕਹਿੰਦੇ ਤਾਂ ਇਹ ਕੋਈ ਆਮ ਨਹੀਂ, ਇਹ ਤਾਂ ਭਾਰੀ ਗੁਰੂ ਹੈ। ਇਹਨਾਂ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਭੈ ਡਰ ਕਰਨ ਦੀ ਲੋੜ ਨਹੀਂ, ਇਹ ਤਾਂ ਭੈ ਡਰ ਦੂਰ ਕਰਨ ਵਾਸਤੇ ਆਏ।
ਪਰਮਾਤਮਾ ਤੇ ਉਹ ਪੜਦਾ ਪਾਇਆ। ਉਹ ਸਤਰੀ ਮੋਹ ਵਿੱਚ ਆ ਕੇ ਕਹਿੰਦੇ ਵੀ ਛੇਤੀ ਚੱਲੋ ਅੰਮ੍ਰਿਤਸਰ ਨੂੰ। ਸੋ ਇਸ ਤਰ੍ਹਾਂ ਦੇ ਇਤਿਹਾਸ ਵਿੱਚ ਜਿਹੜੇ ਪ੍ਰਸੰਗ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਲ ਚੋਜ ਕਰਦਿਆਂ ਵੀ ਆਉਣੇ ਹਨ। ਕੱਲ੍ਹ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵਿੱਚ ਪ੍ਰਸੰਗ ਸੁਣਿਆ। ਅੱਜ ਜਿਵੇਂ ਪਹਿਲੇ ਦਿਨ ਗੋਪਾਲ ਪਾਂਧੇ ਦੇ ਤਾਈਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਇਸ ਨੂੰ ਸਭ ਸਿੱਖਿਆ ਬਖਸ਼ੀ, ਸ੍ਰੇਸ਼ਟ ਗਿਆਨ ਦੀ ਬਖਸ਼ਿਸ਼ ਕੀਤੀ। ਉਹ ਪ੍ਰਸੰਗ ਖੋਲ ਖੋਲ ਕੇ ਆ ਰਿਹਾ ਹੈ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਦਾ ਮੰਗਲ ਕਰਕੇ ਇਹ ਪ੍ਰਸੰਗ ਪ੍ਰਾਰੰਭ ਕਰਦੇ ਹੈ। ਸਾਰੇ ਆਪਾਂ ਪੂਰਨ ਮਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ, ਚਰਨਾਂ ਨਾਲ ਜੋੜ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਸੁੰਦਰ ਸ੍ਰੀ ਅਰਬਿੰਦ ਬਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਗੁਰ ਕੀਰਤ ਆਨੰਦ ਬ੍ਰਿੰਦ ਜਈ। ਵੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਕੀਰਤੀ ਮਹਿਮਾ ਵਡਿਆਈ ਬ੍ਰਿੰਦ ਆਨੰਦ ਜਈ, ਬੇਅੰਤੀ ਆਨੰਦ ਪੈਦਾ ਕਰਨ ਵਾਲੀ ਹੈ। ਉਹ ਇਉਂ ਹੈ ਜਿਵੇਂ ਕੁਛ ਕਮਲ ਫੁੱਲ ਸੋਹਣਾ ਹੋਵੇ ਤੇ ਉਹ ਫਵਿਆ ਹੋਵੇ। ਕਮਲ ਵਾਂਗੂ ਸੁੰਦਰ ਕਹਿੰਦੇ ਗੁਰੂ ਮਹਾਰਾਜ ਦੀ ਜਿਹੜੀ ਮਹਿਮਾ ਵਡਿਆਈ ਆਨੰਦ ਨੂੰ ਪੈਦਾ ਕਰਨ ਵਾਲੀ ਹੈ। ਉਹ ਬਣੀ ਕੀ ਹੈ, ਫਵ ਰਹੀ ਹੈ, ਸਜ ਰਹੀ ਹੈ ਕਮਲ ਫੁੱਲ ਵਾਂਗ। ਮੰਜੁਲ ਰੂਪ ਮਰਾਲਨ ਉਜਲ। ਫਿਰ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਜਿਵੇਂ ਉਜਲ ਰੂਪਤਾ ਹੁੰਦੀ ਹੈ, ਜਿਵੇਂ ਉਜਲ ਹੰਸ ਹੁੰਦੇ ਉਹਨਾਂ ਵਾਂਗ ਹੈ। ਸਾਰਦ ਸੋਭਤ ਨਿਤ ਨਈ। ਇਸ ਤਰ੍ਹਾਂ ਜਿਵੇਂ ਉਹ ਸਾਰਤਾ ਕਵਿਤਾ ਦੀ ਦਾਤੀ ਹਮੇਸ਼ਾ ਨੀਰ ਰੂਪ ਹੋ ਕੇ ਸੋਭਦੀ ਸਜਦੀ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਰੋਜ਼ ਤੋਂ ਰੋਜ਼ ਨਵੀਂ ਤੋਂ ਨਵੀਂ ਹੋ ਕੇ ਸਜਦੀ ਹੈ। ਜੇ ਗੁਣ ਗ੍ਰਾਹਿ ਗੁਣੀ ਅਲਕੰਦਲ। ਜਿਹੜੇ ਕੋਈ ਗੁਣੀ ਲੋਕ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹਨ, ਉਹ ਸਾਰੇ ਕਹਿੰਦੇ ਸਮੂਹ ਅਲਕੀਏ ਭੋਰਿਆਂ ਵਾਂਗ ਹਨ। ਪ੍ਰੀਤ ਸੁਗੰਧ ਕੀ ਚੀਤ ਪਈ। ਉਹ ਸਾਰੇ ਗੁਣੀ ਲੋਕ ਭੋਰਿਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਕੀਰਤੀ ਦੀ ਜਿਹੜੀ ਪ੍ਰੀਤੀ ਹੈ ਉਹ ਚਿੱਤ ਵਿੱਚ ਸੁਗੰਧੀ ਵਾਂਗ ਕਹਿੰਦੇ ਇਸਤਤ ਹੋ ਰਹੀ ਹੈ, ਟਿਕ ਰਹੀ ਹੈ ਜਾਂ ਉਦੇ ਹੋ ਰਹੀ ਹੈ, ਪੈਦਾ ਹੋ ਰਹੀ ਹੈ। ਜਾਚਤ ਹਉਕਾਰ ਜੋਰ ਨਿਹੋਰਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਮੈਂ ਵੀ ਹੱਥ ਜੋੜ ਕੇ ਤੇ ਨਿਹੋਰਤ ਕੀ ਬੇਨਤੀ ਕਰਕੇ ਮੰਗਦਾ ਹਾਂ। ਮਾਨਸ ਮੇਰੇ ਮੋਹ ਥਿਰਈ। ਮੇਰੇ ਮਨ ਦੇ ਵਿੱਚ ਵੀ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਾਨ ਵਡਿਆਈ ਹੈ, ਕੀਰਤੀ ਹੈ, ਉਹ ਇਸਤਤ ਹੋਵੇ। ਇਸ ਕਰਕੇ ਮੇਰਾ ਮਨ ਟਿਕਾ ਵਿੱਚ ਹੋਵੇ, ਇਕਾਗਰਤਾ ਵਿੱਚ ਹੋਵੇ। ਇਸ ਤਰ੍ਹਾਂ ਫਿਰ ਮੈਂ ਗੁਰੂ ਨਾਨਕ ਸਾਹਿਬ ਦੀ ਸੋਹਣੇ ਇਤਿਹਾਸ ਨੂੰ ਲਿਖ ਸਕਾਂ। ਸ੍ਰੀ ਬਾਲਾ ਸੰਦੁਰ ਵਾਚ ਚਿੱਤਰਪਦਾ ਛੰਦ ਯਾ ਬਿਦ ਖੇਲਤ ਬਾਲਕ ਸੋ। ਅੱਗੇ ਇਤਿਹਾਸ ਵਿੱਚ ਪ੍ਰਸੰਗ ਪ੍ਰਾਰੰਭ ਹੋ ਰਿਹਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੱਚਿਆਂ ਦੇ ਨਾਲ ਖੇਲਦੇ ਹਨ। ਮਿਲ ਬੋਲਤ ਬੋਲ ਵਿਲਾ ਤੇ ਵਿਸਰਾਮ ਲਾ। ਮਿਲ ਹਾਂ, ਜਾਮਦ ਖੇਲਤ ਬਾਲਨ ਸੋ ਮਿਲ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੱਚਿਆਂ ਨਾਲ ਮਿਲ ਜੁਲ ਕੇ ਖੇਲਦੇ ਹਨ। ਬੋਲਤ ਬੋਲ ਵਿਲਾਸ ਵਿਸਾਲ। ਉਹਨਾਂ ਨਾਲ ਜਿਹੜੇ ਬਚਨ ਹੈ ਵਿਲਾਸਮਈ, ਬੜੇ ਆਨੰਦਮਈ ਬਚਨ ਬੋਲਦੇ ਹਨ। ਭੂਖਤ ਭੂਖਨ ਸੋ ਬਿਨ ਦੂਖਨ। ਜਿਹੜੇ ਬਿਨਾਂ ਦੋਸ਼ਾਂ ਤੋਂ ਹਨ, ਬਿਨਾਂ ਗੁਨਾਹਾਂ ਤੋਂ ਗੁਰੂ ਨਾਨਕ ਸਾਹਿਬ ਜੀ ਹੈ। ਕਿਉਂ ਬਿਨ ਦੁੱਖਣ ਕਿਹਾ ਵੀ ਔਗੁਣੀ ਭਰਿਆ ਸਰੀਰ ਹੈ। ਬਾਕੀ ਤਾਂ ਸਾਰਿਆਂ ਦਾ ਸਰੀਰ ਔਗੁਣਾ ਗੁਨਾਹਾਂ ਨਾਲ ਭਰਿਆ। ਇੱਕੋ ਇੱਕ ਗੁਰੂ ਨਾਨਕ ਸਾਹਿਬ ਦਾ ਸਰੀਰ ਹੈ ਜਿਹੜਾ ਬਿਨਾਂ ਦੋਸ਼ਾਂ ਬਿਨਾਂ ਔਗੁਣਾ ਤੋਂ ਹੈ।
ਜਿਸ ਕਰਕੇ ਕਵੀ ਕਹਿ ਰਿਹਾ ਜਿਹੜੇ ਬਿਨਾਂ ਦੋਸ਼ਾਂ ਗੁਨਾਹਾਂ ਤੋਂ ਗੁਰੂ ਨਾਨਕ ਸਾਹਿਬ ਹੈ ਉਹ ਗਹਿਣਿਆਂ ਨਾਲ ਸਜੇ ਹੋਏ ਪਾਏ ਹੋਏ ਭੂਖਤ ਕੀਏ ਸਜਦੇ ਹਨ। ਖੋਤ ਕਲੂਖਨ ਦੀਨ ਦਇਆਲ। ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਜੀ ਜਿੰਨੇ ਪਾਪ ਉਹਨਾਂ ਨੂੰ ਗੁਆਰੇ ਦੂਰ ਕਰ ਰਹੇ ਹਨ। ਪੂਰਬ ਦੁਖ ਬਦੂਖਨ ਮੈਂ। ਜਦੋਂ ਬੱਚਿਆਂ ਵਿੱਚ ਬੈਠ ਕੇ ਕਿਤੇ ਕਥਾ ਵਾਰਤਾ ਸੁਣਾਉਣ ਲੱਗ ਪੈਂਦੇ ਹੈ ਫਿਰ ਤੇ ਇਉਂ ਪ੍ਰਤੀਤ ਹੁੰਦੇ ਜਿਵੇਂ ਬਹੁਤੇ ਪੰਡਤਾਂ ਵਿੱਚ ਕੋਈ ਮਹਾਨ ਪੰਡਤ ਵਿਦਵਾਨ ਬੈਠ ਕੇ ਕਥਾ ਕਰ ਰਿਹਾ ਹੋਵੇ। ਤਰ ਰੂਖਨ ਕੇ ਕਬ ਰਾਜਤ ਸਾਲ। ਕਦੇ ਮਹਾਰਾਜ ਦੀ ਮੌਜ ਬਿਰਸ਼ਾਂ ਦੇ ਹੇਠ ਜਾ ਕੇ ਬਿਰਾਜ ਜਾਂਦੇ ਬੈਠ ਜਾਂਦੇ ਕਬ ਰਾਜਤ ਸਾਲਾਂ ਕਰਦਾ ਕਦੇ ਜਦੋਂ ਜੀ ਕਰਦਾ ਕਰੇ ਆਰਾਜਦੇ ਅਕਰੇ ਵਿਰਾਜਦੇ ਹਨ ਸਜਦੇ ਹਨ। ਬਾਲ ਰਹੇ ਅਲ ਬਾਲਤ ਜਾਲ। ਮਹਾਰਾਜ ਦਰਖਤਾਂ ਦੇ ਹੇਠ ਜਾ ਕੇ ਬੈਠਣ ਜਾਂ ਕਰੇ ਆ ਕੇ ਬੈਠਣ ਜਿੰਨੇ ਕਹਿੰਦੇ ਉਹ ਬੱਚੇ ਹਨ ਉਹ ਸਾਰੇ ਸਮੂਹ ਗੁਰੂ ਨਾਨਕ ਸਾਹਿਬ ਜੀ ਨੂੰ ਘੇਰਾ ਪਾ ਕੇ ਰਹਿੰਦੇ ਹਨ। ਚਾਰ ਚੁਫੇਰੇ ਘੇਰਾ ਪਾ ਕੇ ਟਿਕਦੇ ਹਨ। ਲੋਕਤ ਲੋਚਨ ਹੋਤ ਨਿਹਾਲ। ਨੇਤਰਾਂ ਨਾਲ ਵੇਖ ਕੇ ਬੱਚੇ ਨਦਰੀ ਨਦਰ ਨਿਹਾਲ ਹੁੰਦੇ ਹਨ। ਮਰ ਹਰੀ ਛੰਦ ਹੇਰਤ ਸੁਤ ਕਾਲੂ ਹਰਖ ਵਿਸਾਲੂ। ਇਹ ਤੇਰੇ ਬਾਬਾ ਕਾਲੂ ਜੀ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਨੂੰ ਵੱਡਿਆਂ ਹੋਇਆਂ ਵੇਖ ਕੇ ਬੜਾ ਖੁਸ਼ ਆਨੰਦ ਹੈ। ਪੜਨੋ ਚਿਤ ਮਨ ਜਾਨ। ਮਨ ਵਿੱਚ ਜਾਣਿਆ ਵੀ ਇਸ ਪੁੱਤਰ ਗੁਰੂ ਨਾਨਕ ਸਾਹਿਬ ਜੀ ਹੁਣੇ ਪੜਾਉਣੇ ਯੋਗ ਪੜ੍ਹਨੇ ਯੋਗ ਹੋ ਗਏ ਹਨ। ਸੀਖਹਿ ਲੇਖਾ ਹਮ ਕਾਜ ਵਿਸੇਖਾ ਸੀਖਹਿ ਲੇਖਾ। ਕਿਉਂਕਿ ਸਾਡੇ ਘਰ ਦਾ ਵਿਸ਼ੇਸ਼ ਕਰਕੇ ਕਹਿੰਦੇ ਜਿਹੜਾ ਲੇਖੇ ਜੋਖੇ ਦਾ ਕੰਮ ਹੈ ਉਹ ਪੜ੍ਹ ਕੇ ਚੰਗੀ ਤਰ੍ਹਾਂ ਇਹ ਸਿੱਖ ਜਾਣਗੇ। ਬੈਸ ਅਬ ਹੈ ਪਹਿਚਾਨ। ਕਿਉਂਕਿ ਹੁਣ ਇਹਨਾਂ ਦੀ ਜਿਹੜੀ ਉਮਰ ਹੈ ਉਹ ਪੜ੍ਹਨ ਵਾਲੀ ਪਛਾਣੀ ਜਾਂਦੀ ਹੈ 5 ਸਾਲ ਤੋਂ ਉੱਪਰ ਹੋ ਗਏ ਹਨ। ਕਾਰੰਗ ਪਟਵਾਰੀ ਗ੍ਰਾਮਹਿ ਸਾਰੀ। ਕਾਲੂ ਜੀ ਵਿਚਾਰਦੇ ਵੀ ਸਾਰੇ ਪਿੰਡਾਂ ਦੀ ਜਿਹੜੀ ਪਟਵਾਰ ਖਾਨੇ ਦੀ ਕਾਰ ਹੈ ਉਹ ਅਸੀਂ ਹੀ ਕਰਦੇ ਹਾਂ। ਕਰਨੋ ਚਿਤ ਤਬ ਹੋਏ। ਜਦੋਂ ਇਹ ਪੜ੍ਹ ਲੱਗ ਜਾਣਗੇ ਫਿਰ ਮੇਰੇ ਵਾਂਗ ਇਹ ਪਟਵਾਰੀ ਜਿਹੜਾ ਕੰਮ ਹੈ ਉਹਨੂੰ ਕਰਨ ਦੇ ਯੋਗ ਹੋ ਜਾਣਗੇ। ਪਾਂਦੇ ਪਹਿ ਬੈਸੇ ਹੋ ਮਮ ਜੈਸੇ। ਇਸ ਤਰ੍ਹਾਂ ਜੋ ਗੋਪਾਲ ਪਾਂਦੇ ਦੇ ਕੋਲ ਪੜ੍ਹਨ ਲਈ ਬੈਠਣਗੇ ਪੜ੍ਹ ਕੇ ਮੇਰੇ ਜੈਸੇ ਕਹਿੰਦੇ ਵਿਦਵਾਨ ਬਣ ਜਾਣਗੇ ਪੜ੍ਹੇ ਲਿਖੇ ਹੋ ਜਾਣਗੇ। ਸੰਖਿਆ ਨਿਪੁੰਨੰ ਸੋਏ। ਕਹਿੰਦੇ ਹਿਸਾਬ ਕਿਤਾਬ ਕਰਨਾ ਹੈ ਗਿਣਤੀ ਕਰਨੀ ਉਹਦੇ ਵਿੱਚ ਸਿਆਣੇ ਹੋ ਜਾਣਗੇ। ਬਹੁ ਗੁਣੀ ਅਲਾਵਹਿ ਸੁਤ ਨਾ ਪੜਾਵਹਿ। ਬਹੁਤੇ ਜਿਹੜੇ ਗੁਣੀ ਲੋਕ ਕਿਉਂ ਕਹਿੰਦੇ ਆ ਵੀ ਜਿਹੜਾ ਮਾਂ ਪਿਓ ਆਪਣੇ ਪੁੱਤਰ ਨੂੰ ਨਹੀਂ ਨਾ ਪੜਾਉਂਦੇ ਐ ਸੋ ਸ਼ਤਰੂ ਸਮਤਾਤ। ਉਹ ਜਿਹੜਾ ਮਾਂ ਪਿਓ ਹੁੰਦਾ ਉਹ ਤਾਂ ਪੁੱਤਰ ਦਾ ਬੈਰੀ ਦੇ ਤੁਲ ਹੁੰਦਾ ਜਿਹੜਾ ਪੁੱਤਰ ਨੂੰ ਪੜਾਉਂਦਾ ਨਹੀਂ ਅਨਪੜ੍ਹ ਰੱਖਦਾ ਹੈ। ਸ਼ੋਭਾ ਨਹਿ ਪਾਵਹਿ ਮਤ ਨਹਿ ਆਵਹਿ। ਉਹਦਾ ਪੁੱਤਰ ਅਨਪੜ੍ਹ ਹੁੰਦਾ ਉਹ ਸ਼ੋਭਾ ਨਹੀਂ ਪਾਉਂਦਾ ਉਹਨੂੰ ਕੋਈ ਅਕਲ ਮਤ ਨਹੀਂ ਆਉਂਦੀ ਹੁੰਦੀ ਹੈ। ਜਗ ਮੈਂ ਇਹ ਬਖਿਆਤ। ਸੰਸਾਰ ਦੇ ਵਿੱਚ ਜਿਹੜੀ ਗੱਲ ਪ੍ਰਗਟ ਹੈ ਵੀ ਜਿਹੜਾ ਪੁੱਤਰ ਨੂੰ ਨਹੀਂ ਪੜਾਉਂਦਾ ਹੈ ਉਹ ਤਾਂ ਜਿਹੜਾ ਪਿਓ ਹੈ ਬੈਰੀ ਦੇ ਸਮਾਨ ਹੈ। ਨਹਿ ਦਰਬ ਖਟਾਊ ਭੋਰ ਸੁਭਾਉ। ਜਿਹੜਾ ਪੁੱਤਰ ਅਨਪੜ੍ਹ ਹੋਵੇ ਕੋਈ ਧਾਨੀ ਕੁੱਟ ਸਕਦਾ ਧਾਨੀ ਕਮਾ ਸਕਦਾ ਸੁਭਾਅ ਦਾ ਵੀ ਉਹ ਭੋਲਾ ਭਲਾ ਜਾ ਰਹਿ ਜਾਂਦਾ ਹੈ। ਸਮਝ ਨਾ ਕੋ ਬਿਦ ਹੋਏ। ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸਮਝ ਨਹੀਂ ਹੁੰਦੀ ਹੈ ਸੂਝ ਨਹੀਂ ਹੁੰਦੀ ਹੈ। ਕਿਉ ਹਿਰਦੈ ਵਿਚਾਰਾ ਕਲ ਭੁਨ ਸਾਰਾ। ਕਿਉਂ ਹਿਰਦੇ ਵਿੱਚ ਸੋਚਿਆ ਵਿਚਾਰਿਆ ਵੀ ਕੱਲ ਨੂੰ ਜਦੋਂ ਸਵੇਰ ਹੋ ਜਾਵੇਗੀ ਲੈ ਜਾਵੋ ਸੁਤ ਕੋਏ। ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਸਕੂਲ ਵਿੱਚ ਲੈ ਜਾਵਾਂਗਾ। ਜਬ ਭੀ ਪਰ ਭਾਤਾ ਲੈ ਕਰ ਤਾਤਾ। ਇਹ ਵਿਚਾਰ ਕਰਕੇ ਰਾਤ ਨੂੰ ਸੌਂ ਗਿਆ ਜਦੋਂ ਕਹਿੰਦੇ ਸਵੇਰ ਹੋਈ ਹੈ
ਕਾਲੂ ਜੀ ਨੇ ਆਪਣੇ ਸੁਪੁੱਤਰ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲਿਆ ਹੈ। ਚੱਲਨੇ ਭਇਓ ਤਿਆਰ, ਇਸ ਤਰ੍ਹਾਂ ਸਕੂਲ ਵੱਲ ਨੂੰ ਚੱਲਣ ਵਾਸਤੇ ਤਿਆਰ ਹੋ ਗਿਆ ਹੈ। ਅਛਤ ਭਰ ਥਾਰੀ ਬਹੁਤ ਸੁਪਾਰੀ, ਉਸ ਸਮੇਂ ਦੀ ਜਿਵੇਂ ਮਰਜ਼ਾਦਾ ਸੀ ਉਸ ਤਰ੍ਹਾਂ ਕਹਿੰਦੇ ਥੋੜਾ ਜਿਹਾ ਚੌਲਾਂ ਦਾ ਭਰ ਲਿਆ, ਹੋਰ ਉਹਦੇ ਵਿੱਚ ਕੋਈ ਸੁਪਾਰੀਆਂ ਜੀਆਂ ਰੱਖ ਲਈਆਂ। ਬੀਨੀ ਕਰ ਮਹਤਾਰ, ਭਰਿਆ ਹੋਇਆ ਥਾਲ ਜਿਹਾ ਆਪਣੇ ਹੱਥਾਂ ਵਿੱਚ ਕਾਲੂ ਜੀ ਨੇ ਲੈ ਲਿਆ ਹੈ। ਪਟ ਨਵ ਪਹਿਰਾਏ ਸੁਭਗ ਸੁਹਾਏ, ਇਧਰ ਮਾਤਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਵੇਂ ਵਸਤਰ ਕਹਿੰਦੇ ਪਹਿਨਾ ਦਿੱਤੇ ਹੈ, ਬੜੇ ਸੋਹਣੇ ਸੁੰਦਰ ਸਜ ਗਏ ਹਨ। ਚੱਲਿਓ ਤਾਤ ਸੰਗ ਤਾਤ, ਪਿਤਾ ਕਾਲੂ ਜੀ ਦੇ ਨਾਲ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਪੜ੍ਹਨ ਲਈ ਚੱਲ ਪਏ ਹਨ। ਗਤ ਚੰਚਲ ਚਾਰੀ ਗਜ ਸੁਤ ਵਾਰੀ, ਆਪ ਜੀ ਦੀ ਜਿਹੜੀ ਗਤੀ ਕੀ ਹੈ, ਟੋਰ ਹੈ, ਚੰਚਲ ਬੜੀ ਸੁੰਦਰ ਹੈ, ਜਿਵੇਂ ਹਾਥੀ ਦੀ ਬੱਚਾ ਚੱਲਦਾ ਹੁੰਦਾ, ਇਸ ਤਰ੍ਹਾਂ ਕਹਿੰਦੇ ਮਸਤ ਚਾਲੇ ਚੱਲ ਰਹੇ ਹੈ। ਖੇਰਤ ਹਰਖਤ ਮਾਤ, ਤੇ ਮਾਤਾ ਤ੍ਰਿਪਤਾ ਜੀ ਵੇਖ ਵੇਖ ਕੇ ਮੇਰਾ ਪੁੱਤਰ ਅੱਜ ਸਕੂਲ ਪੜ੍ਹਨ ਜਾ ਰਿਹਾ ਹੈ, ਖੁਸ਼ ਹੋ ਰਹੇ ਹਨ। ਸਵਈਆ ਜਲ ਜਾਤ ਸਿਹੈ ਪਦ ਪਾਤ ਚੱਲੇ, ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਵਲ ਵਰਗੇ ਹਨ, ਕਵਲ ਵਰਗੇ ਚਰਨਾਂ ਨਾਲ ਚਲੇ ਜਾ ਰਹੇ ਸਕੂਲ ਵੱਲ ਨੂੰ। ਗਹਿ ਤਾਤ ਕਰਾਂ ਗੁਰ ਹਾਥ ਉਚਾਈ, ਆਪਣੇ ਪਿਤਾ ਦੇ ਜਿਹੜੀ ਹੱਥ ਦੀ ਉਂਗਲੀ ਜੀ ਹੈ ਉਹ ਆਪਣੇ ਹੱਥ ਵਿੱਚ ਪਕੜੀ ਹੋਈ ਹੈ। ਕਰ ਕੰਕਨ ਸੋ ਘਟ ਕਿੰਕਨ ਹੈ, ਹੱਥਾਂ ਵਿੱਚ ਸੋਨੇ ਦੇ ਕੜੇ ਪਾਏ, ਲੱਕ ਨਾਲ ਸੋਨੇ ਦੀ ਇੱਕ ਤਰਾਕੀ ਜੀ ਲਾਈ ਸਜਾਈ ਹੋਈ। ਕਲ ਕੁੰਡਲ ਲੋਲ ਕਪੂਲਨ ਝਾਈ, ਇਸ ਤਰ੍ਹਾਂ ਕਹਿੰਦੇ ਸੋਹਣੇ ਜਿਹੜੇ ਕੁੰਡਲ ਕੰਨਾਂ ਵਿੱਚ, ਚੰਚਲ ਗੁਲਾ ਉੱਪਰ ਕਹਿੰਦੇ ਉਹਨਾਂ ਦਾ ਪਰਛਾਵਾਂ ਪੈ ਰਿਹਾ, ਉਹ ਪ੍ਰਕਾਸ਼ ਕਰ ਰਹੇ, ਚਮਕਾਂ ਮਾਰ ਰਹੇ ਹਨ। ਦਲ ਲੋਚਨ ਕੰਜ ਵਿਸਾਲ ਭਲੇ, ਜਿਵੇਂ ਕਵਲ ਦੇ ਪੱਤਰੇ ਹੁੰਦੇ, ਇਸ ਤਰ੍ਹਾਂ ਨੇਤਰ ਆਪ ਜੀ ਦੇ ਮਹਾਨ ਚੌੜੇ ਵੱਡੇ ਵੱਡੇ ਹਨ। ਸਿਰ ਪੈ ਉਸ਼ਨੀਕਹਿ ਨੀਕ ਬਣਾਈ, ਸੀਸ ਦੇ ਉੱਪਰ ਚੰਗੀ ਤਰ੍ਹਾਂ ਬਣਾ ਸਵਾਰ ਕੇ ਦਸਤਾਰ ਸਜਾਈ ਹੋਈ ਹੈ। ਚਟ ਸਾਰ ਜਹਾਂ ਅਤ ਚਾਰ ਬਨੀ, ਇੱਥੇ ਪਾਠਸ਼ਾਲਾ ਹੈ, ਬਹੁਤ ਕਹਿੰਦੀ ਸੋਹਣੀ ਬਣੀ ਹੋਈ ਹੈ। ਬਹੁ ਬਾਰਕ 12 ਬਾਰ ਅਲਾਈ, 4 ਸਾਲਾ ਪਾਠਸ਼ਾਲਾ ਵਿੱਚ ਜਿਹੜੇ ਬੱਚੇ ਹੈ ਬਾਰ ਬਾਰ ਕਹਿੰਦੇ ਉਹ ਪੜ੍ਹ ਰਹੇ, ਆਪੋ ਆਪਣੀ ਸੰਥਿਆ ਪਕਾ ਰਹੇ ਹਨ। ਦੋਹਰਾ ਬੈਸੇ ਪਾਦੇ ਪਾਸ ਤਬ, ਜਦੋਂ ਗੁਰੂ ਨਾਨਕ ਸਾਹਿਬ ਜੀ ਗੋਪਾਲ ਪਾਂਧਾ ਦੇ ਕੋਲ ਜਾ ਬੈਠੇ ਹਨ। ਸ੍ਰੀ ਨਾਨਕ ਸੁਖ ਕੰਦ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਸੁਖਾਂ ਦੇ ਬੱਦਲ ਜਾਂ ਸੁਖਾਂ ਦੇ ਕੰਦ ਦਾਤਾ ਹਨ। ਬਾਰਿਕ ਰਵਸਾ ਹੇਰ ਕਰ, ਇਧਰ ਜਿਹੜਾ ਗੋਪਾਲ ਵੱਧਦਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਬਾਲਕ, ਉਹਨੂੰ ਸੂਰਜ ਵਰਗਾ ਵੇਖ ਕੇ ਜਨ ਅਰਬਿੰਦ ਆਨੰਦ, ਜਿਵੇਂ ਸੂਰਜ ਨੂੰ ਦੇਖ ਕੇ ਕਵਲ ਫੁੱਲ ਖਿੜ ਜਾਂਦਾ ਹੈ, ਉਹ ਕਹਿੰਦੇ ਖੁਸ਼ੀ ਵਿੱਚ ਗੋਪਾਲ ਖਾਂਦਾ ਖਿੜ ਗਿਆ ਹੈ। ਕਬਿਤ ਕਾਲੂ ਕਹੇ ਪਾਦਾ ਸੁਨ, ਨਾਨਕ ਹਮਾਰੋ ਸੂਨ। ਉਸ ਵੇਲੇ ਬਾਬਾ ਕਾਲੂ ਜੀ ਕਹਿਣ ਲੱਗੇ, ਗੋਪਾਲ ਵੀ ਸੁਣ ਲੈ, ਇਹ ਗੁਰੂ ਨਾਨਕ ਸਾਹਿਬ ਮੇਰਾ ਸੁਪੁੱਤਰ ਹੈ। ਜਾ ਕੋ ਤੂੰ ਪੜਾਏ ਗੁਣ ਦੀਜੈ ਨਿਜ ਹੇਤ ਸੋ, ਇਹਨੂੰ ਤੂੰ ਪੜਾ ਦੇ ਤੇ ਬੜੇ ਹਿੱਤ ਨਾਲ ਆਪਣਾ ਜਿਹੜਾ ਕੋਈ ਪੜਾਈ ਦਾ ਗੁਣ ਇਹਨੂੰ ਦੇ ਦੇ, ਤੂੰ ਆਪਣੇ ਵਰਗਾ ਪੜਾ ਦੇ ਇਸ ਨੂੰ ਪ੍ਰੇਮ ਨਾਲ। ਦਿਓ ਮੈਂ ਉਪਾਇਨ ਗੁਨਾਇਨ ਸੋ ਹੋਏ ਜਬ, ਜਦੋਂ ਇਹ ਗੁਣਾਂ ਦਾ ਭਰ ਹੋ ਜਾਏਗਾ ਨਾ ਪੜ ਕੇ, ਫਿਰ ਤੈਨੂੰ ਵੀ ਮੈਂ ਕੋਈ ਭੇਟਾ ਪੂਜਾ ਦੇ ਦਊਂਗਾ। ਏਕ ਦੋ ਹਾਇਨ ਮੈਂ ਕੀਜੀਏ ਸੁਚੇਤ ਸੋ, 1 ਜਾਂ 2 ਸਾਲਾਂ ਦੇ ਵਿੱਚ ਇਹਨੂੰ ਪੜਾ ਕੇ ਚੰਗੀ ਤਰ੍ਹਾਂ ਤੂੰ ਸੁਚੇਤ ਹੁਸ਼ਿਆਰ ਕਰ ਦੇ। ਐਸੇ ਮੁਖ ਭਾਖ ਆਬਿਲਾਖ ਹੈ ਪੜਾਵੇ ਕੀ, ਇਸ ਤਰ੍ਹਾਂ ਮੁਖੋਂ ਕਹਿ ਕੇ ਤੇ ਪੜਾਉਣ ਦੀ ਜਿਹੜੀ ਖਾਸ਼ ਹੈ। ਸੌਪਕਾਰ ਆਤਮਜ ਗਮਨਿਓ ਨਿਕੇਤ ਸੋ, ਪਿਤਾ ਕਾਲੂ ਜੀ ਇਹ ਜਿਹੜਾ ਸੁਪੁੱਤਰ ਗੁਰੂ ਨਾਨਕ ਹੈ,
ਨੂੰ ਗੋਪਾਲ ਪਾਂਧੇ ਨੂੰ ਸੌਂਪ ਕਰਕੇ ਘਰ ਵੱਲ ਨੂੰ ਚਲਿਆ ਗਿਆ ਹੈ। ਪਦ ਅਹਿਲਾਦ ਕੈ ਮਹੂਰਤ ਕੋ ਸਾਧ ਕੈ। ਇਧਰ ਗੋਪਾਲ ਪਾਂਧੇ ਨੇ ਖੁਸ਼ ਆਨੰਦ ਹੋ ਕੇ ਜਿਹੜਾ ਸਮਾਂ ਸੋਧ ਕੇ ਵਿਚਾਰ ਕੇ ਸੁਰਸਤੀ ਅਰਾਧ ਕੈ ਸੋ ਸਭੈ ਮਤ ਦੇਤ ਸੋ। ਜਿਵੇਂ ਜਿਹੜੇ ਬ੍ਰਾਹਮਣ ਲੋਕ ਸ੍ਰਿਸ਼ਟੀ ਦਾ ਆਰਾਧਨ ਕਰਦੇ ਹੁੰਦੇ ਉਸ ਰਾਧੀ ਹੈ ਜੋ ਸਾਰੀ ਅਕਲ ਮਤ ਨੂੰ ਦੇਣ ਵਾਲੀ ਹੈ। ਸੰਖਿਆ ਕੋ ਜੋ ਆਦਿਕ ਸੋ ਸਿਖਾਵਨ ਕੀ ਸੀਖ ਦੇਤ। ਜੋ ਸਾਰੀਆਂ ਗਿਣਤੀਆਂ ਦੀ ਆਦ ਮੁੱਢ ਹੈ ਕਹਿੰਦੇ ਉਹਨੂੰ ਸਿਖਾਉਣ ਦੀ ਜਿਹੜੀ ਸਿੱਖਿਆ ਦੇਣੀ ਹੈ। ਸੰਖਿਆ ਤੇ ਅਸੰਖ ਤਾਂ ਕੋ ਸੰਖਿਆ ਕੋ ਸਿਖਾਵੇ। ਜਿਹੜਾ ਸਾਰੀਆਂ ਗਿਣਤੀਆਂ ਮਿਣਤੀਆਂ ਤੋਂ ਅਸੰਖ ਹੈ ਨਾ ਪਰਮੇਸ਼ਰ ਰੂ ਗੁਰੂ ਨਾਨਕ ਅੱਜ ਕਹਿੰਦੇ ਉਹਨਾਂ ਨੂੰ ਗਿਣਤੀ ਕਰਨੀ ਸਿਖਾਉਣ ਵਾਸਤੇ ਤਿਆਰ ਹੋਇਆ ਹੈ ਗੋਪਾਲ ਪਾਂਧਾ। ਜਨ ਕੋ ਵਿਸਾਏ ਗਇਓ ਤਾਂ ਤੇ ਮਾਨਵ ਕਹਿਓ। ਹਾਂ ਪਿਤਾ ਹੁਣ ਇਹਨਾਂ ਦੇ ਕੋਲ ਬਿਠਾ ਕੇ ਚਲਿਆ ਗਿਆ। ਇਸ ਕਰਕੇ ਪਿਤਾ ਦਾ ਬਚਨ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੜੈ ਆਨ ਬਾਕ ਜੈਸੇ ਪਾਂਧਾ ਸੋ ਪੜਾਵਈ। ਜਿਵੇਂ ਗੋਪਾਲ ਪਾਂਧਾ ਕਹਿੰਦੇ ਪੜਾਉਂਦਾ ਇਸੇ ਤਰ੍ਹਾਂ ਆਨ ਪੜਾਏ ਕਹਿੰਦੇ ਉਸੇ ਤਰ੍ਹਾਂ ਪਿੱਛੇ ਪਿੱਛੇ ਪੜੀ ਜਾਂਦੇ ਬੋਲੀ ਜਾਂਦੇ ਹਾਂ। ਜਾਨ ਮਤ ਵਾਨ ਅਪਰਮਾਨ ਹਰ ਖਾਨ ਮਨ। ਗੋਪਾਲ ਪਾਂਧੇ ਨੇ ਮਨ ਵਿੱਚ ਜਾਣ ਲਿਆ ਵੀ ਇਹ ਤਾਂ ਜਿਹੜਾ ਬਾਲਕ ਗੁਰੂ ਨਾਨਕ ਹੈ ਬਹੁਤ ਬੁੱਧੀਮਾਨ ਹੈ ਤੇ ਬਹੁਤ ਹੀ ਖੁਸ਼ ਹੋਇਆ ਮਨ ਵਿੱਚ। ਕੀਨੋ ਅਨਮਾਨ ਇਹ ਦੇਰ ਨਾ ਲਗਾਵੇ। ਮਨ ਵਿੱਚ ਜਾ ਅਨੁਮਾਨ ਲਾ ਲਿਆ ਵੀ ਇਹਨਾਂ ਤਾਂ ਪੜ੍ਹਨ ਲੱਗਿਆ ਵੀ ਬਹੁਤਾ ਸਮਾਂ ਬਹੁਤੀ ਦੇਰੀ ਨਹੀਂ ਹੋਣੀ ਝੱਟ ਹੀ ਵਿਦਵਾਨ ਪੜ ਜਾਣਾ ਹੈ। ਪੜੈ ਤਾਤ ਕਾਲ ਧਨ ਪਾਏ ਹਉ ਵਿਸਾਲ। ਜਦੋਂ ਇਹ ਗੁਰੂ ਨਾਨਕ ਸਾਹਿਬ ਬੱਚਾ ਪੜ ਜਾਏਗਾ ਫਿਰ ਕਾਲੂ ਕੋਲੋਂ ਮੈਂ ਬਹੁਤਾ ਧਨ ਪਾਊਂਗਾ। ਬਾਲ ਭਲੋ ਮਤ ਸਾਲ ਤੁਲ ਜਾਂ ਕੀ ਕੋ ਨਾ ਪਾਵੇ। ਕਹਿੰਦੇ ਜਿਹੜਾ ਬੱਚਾ ਗੁਰੂ ਨਾਨਕ ਹੈ ਤਾਂ ਬੁੱਧੀ ਦਾ ਘਰ ਹੈ ਇਹਦੇ ਤੁਲਤਾ ਕੋਈ ਹੋਰ ਬੱਚਾ ਮੇਰੇ ਸਕੂਲ ਵਿੱਚ ਪਾਇਆ ਹੀ ਨਹੀਂ ਜਾਂਦਾ ਦਿਸਦਾ ਹੀ ਨਹੀਂ ਹੈ। ਇੱਕ ਦਿਨ ਸਾਰੋ ਪੜਿਓ ਪਾਂਧੇ ਜੋ ਉਚਾਏ ਵੈਨ। ਕਹਿੰਦੇ ਜੋ ਗੋਪਾਲ ਪਾਂਧੇ ਨੇ ਬਚਨ ਉਚਾਰੇ ਪੜਾਇਆ ਸੋ ਇੱਕ ਦਿਨ ਹੀ ਕਹਿੰਦੇ ਸਾਰਾ ਪੜ ਲਿਆ ਆਪ ਜੀ। ਸਾਂਝ ਭਈ ਐਨ ਆਏ ਅਜਰ ਸੁਹਾਇਓ ਹੈ। ਜਦੋਂ ਸ਼ਾਮ ਹੋ ਗਈ ਹੈ ਤੇ ਘਰ ਵਿੱਚ ਆ ਕੇ ਵਿਹੜੇ ਵਿੱਚ ਗੁਰੂ ਨਾਨਕ ਸਾਹਿਬ ਜੀ ਸੋਵਨੀਕ ਹੋ ਗਏ ਸਜ ਗਏ। ਫੇਰ ਹਰ ਖਾਏ ਮਾਏ ਅੰਕ ਮੈਂ ਬਸਾਏ ਲਏ। ਮਾਤਾ ਜੀ ਨੇ ਪੁੱਤਰ ਨੂੰ ਆਇਆ ਵੇਖ ਕੇ ਖੁਸ਼ ਹੋਏ ਹੈ ਇਸ ਤਰ੍ਹਾਂ ਕਹਿੰਦੇ ਗੋਦੀ ਵਿੱਚ ਬਿਠਾ ਲਿਆ ਹੈ। ਪੂਜੋ ਪੜਿਓ ਕੈਸੇ ਪੈੜਾ ਆਨਨ ਅਲਾਇਓ ਹੈ। ਪੁੱਛਿਆ ਇਸ ਪੁੱਤਰ ਕਿਵੇਂ ਤੂੰ ਕਿਸ ਤਰ੍ਹਾਂ ਪੜ ਕੇ ਆ ਮੁੱਖੋਂ ਜਿਹੜਾ ਕੋਈ ਪੈੜਾ ਜਾਂ ਪਹਾੜਾ ਜਾਏ ਉਹ ਕਹਿੰਦੇ ਪੜ ਦਿੱਤਾ ਉਚਾਰ ਦਿੱਤਾ ਹੈ। ਖਾਏ ਅੰਨ ਰੈਨ ਪੁੰਨ ਕੀਨੀ ਸੁਖ ਸੈਨ ਤਬ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਭੋਜਨ ਪ੍ਰਸ਼ਾਦਾ ਛਕ ਲਿਆ ਰਾਤ ਨੂੰ ਸੁਖ ਨਾਲ ਕਹਿੰਦੇ ਸੈਨ ਕੀਤਾ ਬਰਾਜਣਾ ਕੀਤਾ ਹੈ। ਜਾਂ ਕੋ ਕਾਬ ਭੈ ਨਾ ਹੇਰੇ ਚੈਨ ਮਨ ਪਾਇਓ ਹੈ। ਇਸ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਡਰ ਭੈ ਨਹੀਂ ਹੈ। ਵੇਖਿਆ ਮਨ ਵਿੱਚ ਕਹਿੰਦੇ ਸ਼ਾਂਤੀ ਪਾਉਂਦੀ ਹੈ। ਭਈ ਜਬ ਭੋਰ ਕਾਲੂ ਲੈ ਕੇ ਪਾਂਧੇ ਔਰ ਗਇਓ। ਜਦੋਂ ਅਗਲੀ ਸਵੇਰ ਹੋਈ ਹੈ ਕਿਤਾ ਕਾਲੂ ਜੀ ਫੇਰ ਨਾਲ ਲੈ ਕੇ ਗੋਪਾਲ ਪਾਂਧੇ ਕੋਲ ਚਲੇ ਗਏ। ਸੁਨੀ ਨੁਤ ਗੌਰ ਤਾਤ ਹਿਰਦੈ ਹਰ ਖਾਇਓ ਹੈ। ਉਧਰ ਗੋਪਾਲ ਪਾਂਧੇ ਨੇ ਗੁਰੂ ਨਾਨਕ ਸਾਹਿਬ ਦੀ ਬੜੀ ਵਡਿਆਈ ਕੀਤੀ ਵੀ ਇਹ ਤਾਂ ਬਹੁਤ ਬੁੱਧੀਮਾਨ ਤੇਰਾ ਪੁੱਤਰ ਹੈ ਬੜੀ ਛੇਤੀ ਇਹਨੇ ਪੜ ਜਾਣਾ ਹੈ। ਹਿਰਦੇ ਵਿੱਚ ਕਾਲੂ ਬਹੁਤ ਖੁਸ਼ ਹੋ ਗਏ ਪੁੱਤਰ ਦੀ ਵਡਿਆਈ ਸੁਣ ਕੇ। ਪਾਂਧੇ ਨੇ ਹਕਾਰ ਲੀਨ ਬਾਲਨ ਸੇ ਜੁਦਾ ਕੀਨ। ਇਧਰ ਗੋਪਾਲ ਪਾਂਧੇ ਨੇ ਗੁਰੂ ਨਾਨਕ ਸਾਹਿਬ ਨੂੰ ਸੱਦ ਕੇ ਕਹਿੰਦੇ ਸਾਰੇ ਬੱਚਿਆਂ ਤੋਂ ਵੱਖਰਾ ਕਰ ਲਿਆ। ਲੇਖੇ ਹੂੰ ਕੀ ਸੀਖ ਦੀਨ ਨਾਨਕ ਸੁਜਾਨ ਕੋ। ਜੋ ਹਿਸਾਬ ਕਿਤਾਬ ਦੀ ਸਿੱਖਿਆ ਸੰਥਿਆ ਗੁਰੂ ਨਾਨਕ ਸਾਹਿਬ ਸੁਗੜ ਸੁਜਾਨ ਨੂੰ ਦੇਣ ਲੱਗਿਆ ਹੈ। ਤੂਸ਼ਨੀਕ ਭਏ ਪਾਦਾ ਬਾਰ ਬਾਰ ਕਹੇ ਬਚ। ਪਹਿਲੇ ਦਿਨ ਤਨ ਪਿਤਾ ਨੇ ਕਿਹਾ ਸੀ ਵੀ ਤੂੰ ਇੱਥੇ ਬੈਠ ਕੇ ਪੜ ਅਜੋ ਛੱਡ ਗਏ ਇਸ ਕਰਕੇ ਅੱਜ ਆਪ ਬਿਲਕੁਲ ਚੁੱਪ ਹੀ ਹੋ ਗਏ ਹਨ
ਬੋਲਦੇ ਨਹੀਂ। ਜਿਹੜਾ ਪਾਂਦਾ ਗੋਪਾਲ ਬਾਰ ਬਾਰ ਕਹਿੰਦਾ ਵੀ ਪੜੋ ਜ਼ਰੂਰ। ਕੈਸੇ ਤੂੰ ਨਾ ਬੋਲੇ ਆਜ ਸੁਨੈ ਦੇ ਨਾ ਕਾਨ ਕੋ। ਕਹਿੰਦੇ ਉਹ ਕਿਸ ਤਰ੍ਹਾਂ ਤੂੰ ਅੱਜ ਬੱਚੇ ਬੋਲਦਾ ਨਹੀਂ, ਮੇਰੀ ਜਿਹੜੀ ਗੱਲ ਹੈ ਕੰਨ ਦੇ ਕੇ ਸੁਣਦਾ ਹੀ ਨਹੀਂ ਤੂੰ। ਭਲੀ ਬਿਦ ਕਾਲ ਪੈ ਪੈੜੇ ਪੜਿਓ ਤੂੰ ਵਿਸਾਲ ਸਾਹਿਬ। ਗੱਲ ਤਾਂ ਕਹਿੰਦਾ ਜਿੰਨੇ ਪਹਾੜੇ ਸੀ ਤੂੰ ਚੰਗੇ ਤਰੀਕੇ ਨਾਲ ਪੜਿਆ ਫਟਾਫਟ। ਤੈਸੇ ਆਪ ਪੜੋ ਹੇਰੋ ਔਰ ਲਰਕਾਨ ਕੋ। ਇਸੇ ਤਰ੍ਹਾਂ ਕੱਲ ਵਾਂਗ ਵੀ ਤੂੰ ਪੜ। ਹੋਰ ਬੱਚਿਆਂ ਵੱਲੀ ਵੇਖ ਵੀ ਉਹ ਕਿਵੇਂ ਪੜੀ ਜਾ ਰਹੇ, ਸੰਥਿਆ ਪਕਾਈ ਜਾ ਰਹੇ। ਹੋਵੇ ਵੱਡੋ ਜਪ ਪੜਿਓ ਕਾਜ ਆਵੇ ਤਬ। ਉਹ ਗੁਰੂ ਨਾਨਕ ਬਾਲਕ ਜਦੋਂ ਤੂੰ ਵੱਡਾ ਹੋਵੇਗਾ ਪੜਿਆ ਹੋਇਆ ਤੇਰੇ ਤਦੋਂ ਬੜਾ ਕੰਮ ਆਵੇਗਾ। ਆਪ ਖੇਲਨ ਮਜਾਓ ਤੇਰੋ ਖਾਏ ਸ਼ੁਸ਼ਕਾਨ ਕੋ। ਹੁਣ ਕਹਿੰਦੇ ਤੇਰਾ ਜੀ ਖੇਲਣ ਨੂੰ ਕਰਦਾ ਹੁਣ, ਇਸ ਕਰਕੇ ਮੇਰੇ ਪਾਸੋਂ ਫਿਰ ਸੋਟੀਆਂ ਖਾਏਗਾ ਤੂੰ। ਮਰ ਹਰੀ ਛੰਦ ਸੁਰ ਸਰੋਨਨ ਬੈਨਨ ਅਨਕੰਪੈਨਾ। ਉਸ ਵੇਲੇ ਕਹਿੰਦੇ ਉਹ ਗੋਪਾਲ ਪਾਂਦੇ ਦੇ ਕੰਨਾਂ ਵਿੱਚ ਬਚਨ ਸੁਣ ਕੇ ਜੋ ਕਿਰਪਾ ਦੇ ਘਰ ਹਨ, ਕਿਰਪਾਲੂ ਗੁਰੂ ਨਾਨਕ ਹਨ। ਬਾਨੀ ਭਨੀ ਰਸਾਲ। ਗੋਪਾਲ ਬਾਂਦੇ ਦੇ ਤਾਈ ਕਹਿੰਦੇ ਬਹੁਤ ਸੁੰਦਰ ਜਿਹੜੀ ਬਚਨ ਬਾਣੀ ਕਹੀ ਹੈ। ਕਿਆ ਆਪ ਪੜੇ ਤੁਮ ਕਰਹੁ ਨਿਜ ਸਮ। ਪ੍ਰਸ਼ਨ ਕਰ ਦਿੱਤਾ। ਕਹਿੰਦੇ ਗੋਪਾਲ ਪਾਦਾ ਜੀ ਤੁਸੀਂ ਭਲਾ ਆਪ ਕੀ ਪੜੇ ਹੋਏ ਹੋ ਤੇ ਕੀ ਤੂੰ ਪੜਾ ਕੇ ਮੈਨੂੰ ਆਪਣੇ ਵਰਗਾ ਕਰ ਦੇਵੇਂਗਾ। ਕਹਿ ਲਾਹਾ ਲੈ ਸਾਲ। ਇਹੋ ਜਿਹਾ ਕਹਿੰਦੇ ਤੂੰ ਘਰ ਦੇ ਵਿੱਚ ਸ੍ਰੇਸ਼ਟ ਲਾਹਾ ਲਵੇਂਗਾ, ਲਾਭ ਲਵੇਂਗਾ ਤੇ ਲਿਆ ਪੜ ਕੇ। ਸੇ ਮੁਖੀ ਵਿਸੇਖਾ ਕੋ ਭਲ ਲੇਖਾ। ਕਹਿੰਦੇ ਤੈਨੂੰ ਪਤਾ ਹੈ ਜਿਹੜੇ ਕਹਿੰਦੇ ਬੁੱਧੀਵਾਨ ਪੁਰਸ਼ ਬੁੱਧੀਵਾਨਾਂ ਲਈ ਕਿਹੜਾ ਚੰਗੇ ਤੋਂ ਚੰਗਾ ਲੇਖਾ ਹੁੰਦਾ, ਹਿਸਾਬ ਕਿਤਾਬ ਕਰਨਾ ਹੈ। ਪਾਂਦਾ ਮੋਹ ਬਤਾ। ਬੁੱਧੀਵਾਨ ਪੁਰਸ਼ ਜਿਹੜੇ ਕੋਈ ਲੇਖਾ ਪੜ੍ਹਦੇ, ਹਿਸਾਬ ਕਿਤਾਬ ਪੜ੍ਹਦੇ, ਉਹ ਤੂੰ ਮੈਨੂੰ ਪੜਾ ਜੇ ਤੂੰ ਪੜਿਆ ਹੋਏ। ਇਉ ਉਤਰ ਦੀਜੈ ਮਨ ਸਮਝੀਜੈ। ਇਸ ਤਰ੍ਹਾਂ ਮੈਨੂੰ ਵੀ ਗੋਪਾਲ ਪਾਂਦੇ ਤਸੱਲੀ ਬਖਸ਼ ਉੱਤਰ ਦੇ ਤੇ ਮਨ ਨੂੰ ਸਮਝਾ ਆਪਣੇ ਨੂੰ। ਪੀਛਾ ਮੁਝ ਹੈ ਪੜਾਏ। ਜੇ ਤੈਨੂੰ ਉਹ ਪੜ੍ਹਾਈ ਆਉਂਦੀ ਹੈ ਨਾ ਬੁੱਧੀਵਾਨਾਂ ਲਈ ਜਿਵੇਂ ਪੜ੍ਹਦੇ ਹਨ, ਤੇ ਫਿਰ ਮੈਨੂੰ ਵੀ ਸਮਝਾ ਪੜਾ। ਹੋਏ ਪਾਦਾ ਬਿਸਮੈ ਅਦਭੁਤ ਰਸਮੈ। ਗੁਰੂ ਮਹਾਰਾਜ ਦੇ ਇਹੋ ਜਿਹੇ ਬਾਲਕ ਰੂਪ ਵਿੱਚ ਹੀ ਬਚਨ ਸੁਣ ਕੇ ਜਿਹੜਾ ਗੋਪਾਲ ਪਾਂਦਾ ਚਰਜ ਹੋ ਗਿਆ, ਚਰਜੀ ਰਸ ਵਿੱਚ ਲੀਨ ਹੋ ਗਿਆ। ਵੀ ਆ ਕੀ ਕਿਹਾ ਇਹਨਾਂ ਨੇ? ਆਨਨ ਵਚਨ ਅਲਾਏ। ਆਪਣੇ ਮੁਖੋਂ ਫਿਰ ਇਹਨੇ ਬਚਨ ਕਿਹਾ ਹੈ। ਸਭ ਜਾਨੋ ਗਿਣਤੀ ਅਵਨੀ ਮਿਨਤੀ। ਇਹ ਗੁਰੂ ਨਾਨਕ ਸਾਹਿਬ ਬਾਲਕ ਵਿਦਿਆਰਥੀ ਸਭ ਤਰ੍ਹਾਂ ਦੀ ਗਿਣਤੀ ਮੈਂ ਕਰਨੀ ਜਾਣਦਾ। ਜਿਵੇਂ ਧਰਤੀ ਮੈਨੀ ਹੁੰਦੀ ਜੰਜੀਰ ਸਿੱਟ ਕੇ ਉਹ ਵੀ ਮੈਨੂੰ ਧਰਤੀ ਵੀ ਮੈਨੀ ਆਉਂਦੀ ਹੈ। ਡੋਡੇ ਗਨਨ ਸਵਾਏ। ਇਸ ਤਰ੍ਹਾਂ ਡੋਡੇ ਦਾ ਪਹਾੜਾ ਦੀ ਗਿਣਤੀ ਤੇ ਜਿਹੜਾ ਸਵਾਏ ਹੈ ਪਹਾੜਾ, ਉਹ ਸਵਾਏ ਦਾ ਪਹਾੜਾ ਉਹ ਵੀ ਮੈਨੂੰ ਕਹਿੰਦੇ ਆਉਂਦਾ ਪੜਾਉਣਾ। ਧੌਂਚੇ ਪੁੰਨ ਉਠੇ ਜੋਰਨ ਕੋਠੇ। ਧੌਂਚੇ ਜਿਹੜਾ 4.5 ਦਾ ਪਹਾੜਾ ਹੈ ਉਹ ਵੀ ਪੜਾਉਣ ਜਾਣਦਾ ਹੈ। ਉਠੇ ਜਿਹੜਾ 3.5 ਦਾ ਪਹਾੜਾ ਉਹ ਮੈਨੂੰ ਪੜਾਉਣਾ ਆਉਂਦਾ ਹੈ। ਗ੍ਰਾਮਕਾਰ ਪਟਵਾਰ। ਫਿਰ ਜਿਵੇਂ ਕਹਿੰਦੇ ਕੋਠੇ ਮਕਾਨ ਜੋੜਨੇ, ਇਮਾਰਤ ਦਾ ਕੰਮ ਕਰਨਾ, ਉਹਦਾ ਵੀ ਗਿਣਤੀ ਮਿਣਤੀ ਦਾ ਮੈਨੂੰ ਸਾਰਾ ਕੁਛ ਆਉਂਦਾ ਹੈ। ਤੇ ਪਟਵਾਰ ਦਾ ਜਿਹੜਾ ਕੰਮ ਕਰਦਾ, ਪਿੰਡ ਦੀ ਕਾਰ ਦਾ ਪਟਵਾਰ ਖਾਨੇ ਦਾ ਕੰਮ ਹੁੰਦਾ ਨਾ ਪਿੰਡਾਂ ਦਾ, ਉਹ ਵੀ ਮੈਂ ਪੜਿਆ ਹੋਇਆ, ਉਹ ਵੀ ਪੜਾ ਸਕਦਾ ਤੈਨੂੰ। ਜਿਸ ਕੇ ਅਨੁਸਾਰੀ ਰੋਜੀ ਥਾਰੀ। ਕਹਿੰਦੇ ਜਿਸ ਪਟਵਾਰ ਖਾਨੇ ਦੇ ਅਨੁਸਾਰ ਤੁਹਾਡੇ ਪਰਿਵਾਰ ਦੀ ਘਰ ਦੀ ਸਾਰੀ ਰੋਟੀ ਹੈ, ਰੁਜ਼ਗਾਰ ਚੱਲਦਾ ਹੈ। ਪੜ੍ਹੋ ਨਾ ਕਿਉ ਹਿਤ ਧਾਰ। ਉਹ ਕਹਿੰਦੇ ਪਟਵਾਰ ਖਾਨੇ ਦੀ ਪੜ੍ਹਾਈ ਪ੍ਰੇਮ ਧਾਰ ਕੇ ਗੁਰੂ ਨਾਨਕ ਤੋਂ ਕਿਉਂ ਨਹੀਂ ਪੜ੍ਹਦਾ ਹੈ। ਇਨ ਬਿਦ ਜੀ ਬਾਦਾ ਸੁਨ ਸਰੁਤ ਪਾਦਾ। ਗੁਰੂ ਮਹਾਰਾਜ ਕਹਿੰਦੇ ਗੋਪਾਲ ਪਾਂਦੇ ਕੰਨ ਦੇ ਕੇ ਸੁਣ ਲਾ। ਇਸ ਤਰ੍ਹਾਂ ਤਾਂ ਕਹਿੰਦੇ ਜਿਹੜਾ ਜੀ ਹੈ ਨਾ ਵੱਜ ਜਾਂਦਾ ਹੈ। ਸੁਨ ਸਰੁਤ ਪਾਦਾ ਫਾਹੇ ਪਰਨ ਅਪਾਰ। ਇਹ ਪੜ੍ਹਾਈ ਪੜ੍ਹਨ ਨਾਲ ਨਿਕ ਤਾਂ ਵੱਜ ਜਾਂਦਾ ਜੀ, ਤੇ ਬੜੇ ਤਕੜੇ ਫਾਹੇ ਵੀ ਪੈ ਜਾਂਦੇ ਇਸ ਨੂੰ। ਕਿਹ ਕਾਜ ਨ ਆਵਹਿ ਜਬ ਦੁਖ ਪਾਵਹਿ। ਜਿਹੜੀਆਂ ਕਹਿੰਨਾਂ ਨੇ ਵੀ ਡੋਡੇ ਦਾ ਪਹਾੜਾ, ਸਵਾਏ ਦਾ ਪਹਾੜਾ, ਇਹ ਪੜ੍ਹਾਈ ਉੱਥੇ ਕੋਈ ਨਹੀਂ ਕੰਮ ਆਉਂਦੀ ਹੈ।
ਜਦੋਂ ਕਹਿੰਦੇ ਉਹ ਜਮਦੂਤਾਂ ਦਾ ਫੜਿਆ ਹੈ ਦੁੱਖ ਮਾਏ ਪਾਉਂਦਾ ਬੇਈਮਾਨੀਆਂ ਧੋਖੇ ਕਰ ਕਰਕੇ ਹੋਤ ਨਹੀਂ ਛੁਟਕਾਰ। ਫਿਰ ਉੱਥੇ ਕਹਿੰਦੇ ਪੜ੍ਹਾਈ ਕਰਕੇ ਛੁਟਕਾਰਾ ਨਹੀਂ ਹੁੰਦਾ, ਮਾਰਾਂ ਪੈਂਦੀਆਂ। ਸਭ ਬੈਸ ਬਿਹਾਵਹਿ ਪੁੰਨ ਪਛਤਾਵਹਿ। ਸਾਰੀ ਉਮਰ ਕਹਿੰਦੇ ਪੜ੍ਹ ਕੇ ਬੇਈਮਾਨੀ ਧੋਖੇ ਡੰਗੀਆਂ ਝੂਠ ਬੋਲਦੀਆਂ ਲੰਘ ਜਾਂਦੀ ਹੈ, ਫਿਰ ਉੱਥੇ ਅੱਗੇ ਜਾ ਕੇ ਮਾਰ ਪੈਂਦੀ ਹੈ, ਪਛਤਾਉਂਦਾ ਹੈ। ਜਬ ਜਾਵਹਿ ਜਮ ਦੁਆਰ। ਕਹਿੰਦੇ ਜਮਾਂ ਦੇ ਦਰਵਾਜ਼ੇ ਤੇ ਧਰਮਰਾਜ ਕੋਲੇ ਜਾਂਦਾ ਲੇਖਾ ਦੇਣ ਲਈ। ਇਹ ਲੇਖਾ ਗਾਹੈ ਛੁਟਿਓ ਚਾਹੈ। ਕਹਿੰਦੇ ਇਹ ਜਿਹੜਾ ਲੇਖਾ ਹੈ ਨਾ ਸਤਾਵ ਕਰ ਵਿਚਾਰਨ ਲਾ, ਜੇ ਤੂੰ ਵੀ ਕਹਿੰਦੇ ਇਸ ਜਮਾਂ ਦੀ ਮਾਰ ਤੋਂ ਛੁੱਟਿਆ ਚਾਹਣਾ ਹੈ। ਜੋ ਮੈਂ ਕਰਾਂ ਉਚਾਰ। ਜਿਹੜਾ ਹਿਸਾਬ ਕਿਤਾਬ ਲੇਖਾ ਜੋਖਾ ਕਰਨਾ ਮੈਂ ਉਚਾਰਨ ਕਰਦਾ, ਜੇ ਤੂੰ ਵਿਚਾਰ ਲੈ ਤੇ ਜੇ ਸੋਚ ਲੈ, ਜੇ ਛੁੱਟਿਆ ਚਾਹਣਾ ਇਹ ਫਿਰ ਲੇਖਾ ਜੋਖਾ ਤੂੰ ਵੀ ਪੜ੍ਹ ਲੈ ਤੇ ਇਸ ਤਰ੍ਹਾਂ ਸਮਝ ਲੈ। ਦੋਹਰਾ ਕਮਲ ਬਦਨ ਸੁਖ ਸਦਨ ਗੁਰ। ਜਿਨ੍ਹਾਂ ਦਾ ਕਮਲ ਵਰਗਾ ਮੁਖ ਹੈ ਸੁਖਾਂ ਦੇ ਘਰ ਹਨ ਗੁਰੂ ਨਾਨਕ ਸਾਹਿਬ ਜੀ। ਕਰਨਾ ਮਨ ਪਰ ਲਿਆਏ। ਆਪਣੇ ਮਨ ਦੇ ਉੱਪਰ ਬਹੁਤ ਹੀ ਮਿਹਰ ਕਿਰਪਾ ਲਿਆ ਕੇ ਪਾਤੇ ਪ੍ਰਤ ਕਲਿਆਣ ਦਾ। ਜਿਹੜਾ ਗੋਪਾਲ ਪਾਂਦਾ ਇਹਨਾਂ ਦੇ ਤਾਂ ਹੀ ਕਹਿੰਦੇ ਗਿਆਨ ਦੇ ਕਲਿਆਣ ਦਾਤਾ ਮੁਕਤੀ ਦਾਤਾ। ਬੋਲੇ ਸ਼ਬਦ ਉਠਾਏ। ਇੱਕ ਜਿਹੜਾ ਸ਼ਬਦ ਆ ਮੁਖੋਂ ਕਹਿੰਦੇ ਉਠਾ ਕੇ ਉਚਾਰਨ ਕਰਕੇ ਇਉਂ ਬੋਲੇ ਹਨ। ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ। ਦੁਬਾਰਾ ਕਹਿੰਦੇ ਜਿਹੜਾ ਮੋਹ ਹੈ ਨਾ ਇਹਨੂੰ ਗਿਆਨ ਦੀ ਅਗਨੀ ਦੇ ਨਾਲ ਜਲ ਕੇ ਜਾਲ ਕੇ ਦਗਧ ਕਰਕੇ ਫਿਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਕਹਿੰਦੇ ਅਭਿਆਸ ਕਰਨਾ ਹੈ, ਇਹ ਘਸਾਣਾ ਹੈ। ਇਸ ਦੇ ਨਾਲ ਮੋਹ ਨੂੰ ਜਾਲ ਕੇ ਤੂੰ ਮਸ ਕਰ ਸ਼ਾਹੀ ਤਿਆਰ ਕਰ। ਮਤ ਕਾਗਦ ਕਰ ਸਾਰ। ਜਿਹੜੀ ਸ੍ਰੇਸ਼ਟ ਮਤ ਹੈ ਇਸ ਨੂੰ ਕਾਗਜ਼ ਬਣਾਉਣਾ ਕਰ। ਭਾਉ ਕਲਮ ਕਰ ਚਿਤ ਲੇਖਾਰੀ। ਜਿਹੜਾ ਪ੍ਰੇਮ ਹੈ ਇਹਨੂੰ ਕਲਮ ਬਣਾ, ਜਿਹੜਾ ਤੇਰਾ ਆਪਣਾ ਚਿੱਤ ਇਹਨੂੰ ਲਿਖਾਰੀ ਬਣਾ। ਗੁਰ ਪੁੱਛ ਲਿਖ ਵਿਚਾਰ। ਗੁਰੂ ਦੁਆਰਾ ਪੁੱਛ ਕੇ ਸਤ ਸਤ ਦੀ ਵਿਚਾਰ ਲਿਖ ਪ੍ਰੇਮ ਰੂਪੀ ਕਲਮ ਨਾਲ। ਲਿਖ ਨਾਮ ਸਾਲਾਹ ਲਿਖ। ਇਹ ਪ੍ਰੇਮ ਰੂਪੀ ਕਲਮ ਦੇ ਨਾਲ ਨਾਮ ਸੰਬੰਧੀ ਜਿੰਨਾ ਮਰਜੀ ਲਿਖ। ਇਸੇ ਤਰ੍ਹਾਂ ਪ੍ਰੇਮ ਦੀ ਕਲਮ ਨਾਲ ਇਹ ਸ੍ਰੇਸ਼ਟ ਬੁੱਧੀ ਨੂੰ ਕਾਗਜ਼ ਬਣਾ ਕੇ ਇਸ ਤਰ੍ਹਾਂ ਜਿਹੜਾ ਅਭਿਆਸ ਦੀ ਸ਼ਾਹੀ ਬਣਾ ਕੇ ਚਿੱਤ ਰੂਪੀ ਲਿਖਾਰੀ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਗਾ ਲਿਖ। ਲਿਖ ਅੰਤ ਨ ਪਾਰਾਵਾਰ। ਇਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ ਆਰ ਪ੍ਰਾਨ ਦਾ, ਉਸ ਸੰਬੰਧੀ ਜਿੰਨਾ ਮਰਜੀ ਲਿਖ ਪ੍ਰੇਮ ਰੂਪੀ ਕਲਮ ਨਾਲ। ਬਾਬਾ ਇਹੋ ਲੇਖਾ ਲਿਖ ਜਾਣ। ਮਹਾਰਾਜ ਕਹਿੰਦੇ ਐ ਵੀ ਬਜ਼ੁਰਗਾ ਕਿਉਂਕਿ ਉਮਰ ਵਿੱਚ ਵੱਡਾ ਹੈ, ਜਿਸ ਕਰਕੇ ਸਤਿਕਾਰ ਨਾਲ ਕਹਿੰਦੇ ਇਹ ਬਜ਼ੁਰਗਾ। ਬਾਬਾ ਦਾ ਅਰਥ ਇਹ ਭਾਈ ਵੀ ਹੁੰਦਾ ਹੈ। ਭਾਈ ਜਾਂ ਹੈ ਗੋਪਾਲ ਪਾਨ ਦੇ ਬਜ਼ੁਰਗ ਬਾਤ ਇਹ ਜਿਹੜਾ ਅਸਲੀ ਲੇਖਾ ਜੋਖਾ ਹੈ ਇਹ ਤੂੰ ਲਿਖਣਾ ਜਾਣ। ਜਿੱਥਾ ਲੇਖਾ ਮੰਗੀਐ। ਜਿੱਥੇ ਅਗਲੀ ਦਰਗਾਹ ਦੇ ਵਿੱਚ ਫੇਰੇ ਤੇਰੇ ਪਾਸੋਂ ਲੇਖਾ ਜੋਖਾ ਮੰਗਿਆ ਹੋਏਗਾ, ਤਿੱਥਾ ਹੋਏ ਸੱਚਾ ਨੀਸਾਨ। ਉੱਥੇ ਜਿਹੜਾ ਤੂੰ ਨਾਮ ਲਿਖਿਆ ਸਿਰ ਸਲਾਗਾ ਲਿਖੀ ਹੈ, ਵਾਹਿਗੁਰੂ ਦਾ ਅੰਤ ਦਾ ਪਾਰਾਵਾਰ ਨਹੀਂ ਇਹ ਸੰਬੰਧੀ ਲੇਖ ਲਿਖੇ, ਇਹ ਤੇਰੇ ਕੋਲ ਸੱਚਾ ਨਿਸ਼ਾਨ ਹੋਏਗਾ, ਸੱਚਾ ਟੰਬੂ ਹੋਏਗਾ। ਨਿਸ਼ਾਨ ਜਿਵੇਂ ਅੱਜ ਕੱਲ੍ਹ ਆਇਡੈਂਟੀ ਕਾਰਡ ਕਹਿ ਦਿੰਦੇ ਆ, ਪਛਾਣ ਪੱਤਰ ਕਹਿ ਦਿੰਦੇ ਆ, ਉਸ ਸਮੇਂ ਨਿਸ਼ਾਨ ਕਹਿ ਵੀ ਤੇਰੇ ਕੋਲੇ ਸੱਚਾ ਪਰਵਾਨਾ ਹੋਏਗਾ, ਸੱਚਾ ਤੇਰੇ ਕੋਲੇ ਪਛਾਣ ਆਇਡੈਂਟੀ ਕਾਰਡ ਹੋਵੇਗਾ। ਰਹਾਉ ਚੌਪਈ ਕਵੀ ਕਹੈ ਜਾਂ ਕੋ ਸੁਨ ਟੀਕਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਮੁਖੋਂ ਇਹ ਸ਼ਬਦ ਉਚਾਰਨ ਕਰਕੇ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ ਸੀ, ਇਹਦਾ ਟੀਕਾ ਵੀ ਇਹਦੇ ਅਰਥ ਵੀ ਮੇਰੇ ਪਾਸੋਂ ਸੁਣ ਲਓ। ਸ੍ਰੀ ਮੁਖ ਨਿਕਸਿਓ ਕਲ ਪਦ ਨੀਕਾ। ਗੁਰੂ ਮਹਾਰਾਜ ਦੇ ਸਮਾਏ ਮਨ ਤੋਂ ਬੜਾ ਸੁੰਦਰ ਪਹਿਲਾ ਪਦ ਸ਼ਬਦ ਆ
ਨਿਕਲਿਆ ਸੀ। ਪੁਰੀ ਪੁਰਾ ਸਾਰਦਾ ਫੁਰੀ ਸੁਹਾਵੈ। ਸਭ ਤੋਂ ਪਹਿਲੀ ਵਾਰੀ ਜਿਹੜੀ ਇਹ ਬਾਣੀ ਹੈ ਸਫਰਨ ਹੋਈ, ਸੋਭਨੀਕ ਹੋ ਰਹੀ ਹੈ। ਪਦਵੀ ਪਰਾ ਜਾਸ ਤੇ ਪਾਵੈ। ਇਸ ਬਾਣੀ ਤੋਂ ਕਹਿੰਦੇ ਸਭ ਤੋਂ ਜਿਹੜੀ ਪਾਰਲੀ ਪਦਵੀ, ਉੱਚੀ ਪਦਵੀ ਹੈ, ਮਹਾਨ ਪਦਵੀ ਹੈ, ਪਾਲੇਗਾ ਮਨ। ਦੇਹ ਧਰਾ ਜਾਂ ਕਾਰਨ ਧਰਨੀ। ਗੁਰੂ ਨਾਨਕ ਸਾਹਿਬ ਨੇ ਜਿਸ ਕਾਰਨ ਕਰਕੇ ਧਰਤੀ ਤੇ ਸਰੀਰ ਧਾਰਿਆ ਹੈ, ਬੈ ਲਗ ਕਰਨ ਲੱਗੇ ਸੋ ਕਰਨੀ। ਕਹਿੰਦੇ ਛੋਟੀ ਉਮਰ ਵਿੱਚ ਹੀ ਉਹੀ ਜਿਹੜੀ ਕਰਨੀ ਹੈ ਕਰਨ ਲੱਗ ਪਏ ਆਪ ਜੀ। ਅਨਵਸਥਾ ਉਪਦੇਸ਼ਕ ਕੇਰੀ। ਭਾਵੇਂ ਆਪ ਜਿਹੜੀ ਉਪਦੇਸ਼ ਦੇਣ ਦੀ ਜਿਹੜੀ ਵਸਤਾ ਅਨਕੀਏ ਨਹੀਂ ਹੈ ਸੀ। ਧਰਾ ਅਧੀਰਜ ਸਕਹਿ ਲਹੇਰੀ। ਪਰ ਜਿਹੜੀ ਧਰਤੀ ਹੈ ਉਹ ਧੀਰਜ ਤੋਂ ਰਹਿਤ ਹੋ ਰਹੀ ਹੈ, ਇਸ ਕਰਕੇ ਵਿਆਕੁਲ ਹੋਈ ਨੂੰ ਧਰਤੀ ਨੂੰ ਦੇਖ ਨਹੀਂ ਸਕਦੇ ਹਾਂ। ਪਾਂਦੇ ਪ੍ਰਤ ਪੂਰਬ ਉਪਕਾਰਾ। ਇਹ ਗੋਪਾਲ ਪਾਂਦੇ ਤਾਈ ਸਭ ਤੋਂ ਪਹਿਲਾਂ ਪਰਉਪਕਾਰ। ਭਵ ਤਾਰਨ ਹਿਤ ਸ਼ਬਦ ਉਚਾਰਾ। ਸੰਸਾਰ ਤੋਂ ਤਾਰਨ ਵਾਸਤੇ ਆਪ ਜੀ ਨੇ ਮੁਖੋਂ ਸ਼ਬਦ ਉਚਾਰਨ ਕੀਤਾ। ਚਤੁਰ ਵੇਦ ਬਾਰ ਸਾਰ ਲਖਾਇਆ। ਇਹ ਸ਼ਬਦ ਵਿੱਚ ਚਾਰ ਵੇਦਾਂ ਦਾ ਜਿਹੜੇ ਗਿਆਨਮਈ ਚਾਰ ਪੁਸਤਕ, ਉਹਨਾਂ ਦਾ ਜਿਹੜਾ ਸੇਠ ਸਾਰ ਸਿਧਾਂਤ ਆਪ ਜੀ ਨੇ ਲਿਖਾਇਆ ਜਣਾਇਆ ਹੈ। ਤਰਹਿ ਸੇ ਨਰ ਸੁਨ ਮਨ ਵਸਾਇਆ। ਕਵੀ ਜੀ ਕਹਿੰਦੇ ਉਹ ਵੀ ਸੁਣ ਕੇ ਜਿਨ੍ਹਾਂ ਨੇ ਮਨ ਵਸਾ ਲਿਆ ਉਹ ਪੁਰਸ਼ ਤਰ ਜਾਣਗੇ। ਦੋਹਰਾ ਦੇਹ ਦਿਵਟੀ ਕੇ ਵਿਖੇ। ਮਹਾਰਾਜ ਕਹਿੰਦੇ ਦੇਹ ਸਰੀਰ ਜਿਹੜਾ ਇਹ ਦੀਵੇ ਵਾਂਗ ਇਹਦੇ ਵਿੱਚ ਨੇਹ ਮੋਹ ਭਰਪੂਰ। ਸਰੀਰ ਦੇ ਵਿੱਚ ਮੋਹ ਆਏ, ਕਹਿੰਦੇ ਬੜਾ ਤਕੜਾ ਤੇਲ ਭਰਿਆ ਹੋਇਆ ਸਰੀਰ ਰੂਪੀ ਦੇਵੇ ਦੇ ਵਿੱਚ। ਬਾਤੀ ਵਿਸ਼ਯਨ ਵਾਸ਼ਨ। ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਵਿਸ਼ਨਾਂ ਦੀ ਵਾਸ਼ਨਾ ਇਹ ਦੇਹ ਰੂਪੀ ਦੀਵੇ ਚ ਬੱਤੀ ਪਾਈ ਹੋਈ। ਅਗਨ ਗਿਆਨ ਤੇ ਦੂਰ। ਇਹ ਵੀ ਗਿਆਨ ਰੂਪੀ ਅਗਨੀ ਇਹ ਬੱਤੀ ਨੂੰ ਲਾ ਦਈਏ ਤੇ ਫਿਰ ਕਹਿੰਦੇ ਇਹ ਹਨੇਰਾ ਦੂਰ ਹੋ ਸਕਦਾ, ਮੋਹ ਸੜ ਸਕਦਾ ਹੈ, ਪਰ ਗਿਆਨ ਰੂਪੀ ਅਗਨੀ ਤੋਂ ਇਹ ਦੂਰ ਰਹਿੰਦਾ ਹੈ, ਜਿਸ ਕਰਕੇ ਮੋਹ ਰੂਪੀ ਤੇਲ ਸੜਦਾ ਨਹੀਂ ਹੈ, ਖਤਮ ਨਹੀਂ ਹੁੰਦਾ ਹੈ। ਚੌਪਈ ਗੁਰ ਪ੍ਰਸਾਦ ਕਰ ਢਿਗ ਜਬ ਹੋਇਆ ਹੈ। ਇਹ ਗੋਪਾਲ ਪਾਂਦੇ ਗੁਰੂ ਦੀ ਕਿਰਪਾ ਨਾਲ ਜਦੋਂ ਗਿਆਨ ਰੂਪੀ ਅਗਨੀ ਦੇ ਕੋਲ ਇਹ ਬੱਤੀ ਨੇੜੇ ਹੁੰਦੀ ਹੈ, ਆਤਮ ਗਿਆਨ ਲੈ ਪਦ ਪੈ ਹੈ। ਉਸੇ ਵੇਲੇ ਆਤਮਾ ਦੇ ਗਿਆਨ ਲੈ ਕੇ ਜਿਹੜਾ ਉੱਚਾ ਉਹਦਾ ਇਹ ਪਾ ਲੈਂਦਾ ਹੈ। ਸ੍ਰੀ ਨਾਨਕ ਹੋਏ ਗੁਰ ਦੁਖ ਖੋਉ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਹੋਏ ਆ ਦੁੱਖਾਂ ਨੂੰ ਖੋਣ ਵਾਲੇ। ਭੇ ਪ੍ਰਸੀਦ ਉਪਦੇਸ਼ਿਓ ਸੋ। ਆ ਕਹਿੰਦੇ ਪ੍ਰਸੰਨ ਹੋ ਕੇ ਗੋਪਾਲ ਪਾਂਦੇ ਨੂੰ ਅਜ ਪਹਿਲੇ ਦਿਨ ਉਪਦੇਸ਼ ਦਿੱਤਾ ਹੈ। ਨੇਹ ਮੋਹ ਜਬ ਪਾਦਾ ਜਾ। ਮਹਾਰਾਜ ਕਹਿੰਦੇ ਮੋਹ ਰੂਪੀ ਜਿਹੜਾ ਤੇਲ ਹੈ ਨਾ ਸਰੀਰ ਰੂਪੀ ਦੀਵੇ ਪਿਆ, ਜਦੋਂ ਇਹਨੂੰ ਗਿਆਨ ਦੀ ਅਗਨ ਨਾਲ ਤੂੰ ਸਾੜ ਦੇਂਗਾ। ਗਿਆਨ ਅਗਨ ਸੋ ਸਗਲ ਨਿਵਾਰ। ਗਿਆਨ ਰੂਪੀ ਅਗਨੀ ਨਾਲ ਸਾਰਾ ਨਿਵਰਤ ਕਰ ਦੇਵੇਂਗਾ, ਦਗਧ ਕਰ ਦੇਵੇਂਗਾ। ਸ਼ਰਦਾ ਧਰ ਕਾਜਰ ਵਰ ਪਾਵੋ। ਜਿਹੜੀ ਸ਼ਰਧਾ ਧਾਰਨੀ ਇਹ ਕੱਜਲ ਹੈ, ਇਹ ਸ੍ਰੇਸ਼ਟ ਅੱਖਾਂ ਵਿੱਚ ਤੂੰ ਪਾਵੇਂਗਾ। ਹਉ ਤਨ ਤਜਨਾ ਘਸਨ ਸਵਾਰ। ਜਿਹੜੇ ਸਰੀਰ ਦੀ ਹੰਗਤਾ ਚੁੰਨੀ ਹੈ ਇਹ ਕਹਿੰਦੇ ਘਸਾਉਣਾ ਹੈ ਬਸਮੜਾ ਸਵਾਰ ਕੇ। ਸੁਮਤ ਸਾਰ ਕੋ ਕਾਗਦ ਕਰੀਏ। ਜਿਹੜੀ ਸ੍ਰੇਸ਼ਟ ਮਤ ਹੈ ਨਾ ਉਹ ਕਹਿੰਦੇ ਇਹਦਾ ਸ੍ਰੇਸ਼ਟ ਨੂੰ ਕਾਗਜ਼ ਬਣਾਉਣਾ ਕਰੀਏ। ਭਾਉ ਕਲਮ ਕਰ ਮਨ ਕਰ ਧਰੀਏ। ਆ ਜਿਹੜੀ ਪ੍ਰੇਮ ਹੈ ਕਲਮ ਹੈ ਮਨ ਰੂਪੀ ਹੱਥ ਵਿੱਚ ਫੜ ਲਈਏ ਧਾਰ ਲਈਏ। ਲੇਖਕ ਚਿਤ ਬੂਝ ਗੁਰਦੁਆਰਾ। ਗੁਰੂ ਦੁਆਰਾ ਜਿਹੜਾ ਚਿੱਤ ਇਹ ਲਿਖਾਰੀ ਹੈ, ਗੁਰੂ ਦੁਆਰਾ ਸਮਝ ਕੇ ਚਿਤ ਰੂਪੀ ਲਿਖਾਰੀ ਦੁਆਰਾ ਲਿਖੀਏ ਸਤਾ ਸਤ ਵਿਚਾਰਾ। ਵਿਚਾਰ ਕੇ ਵੀ ਸਤ ਕੀ ਹੈ ਅਸਤ ਕੀ ਹੈ, ਸੱਚ ਕੀ ਹੈ ਝੂਠ ਹੈ ਕੀ ਹੈ ਉਹ ਲਿਖੀਏ ਬਈ। ਦੋਹਰਾ ਅਸ ਲੇਖਾ ਲਿਖ ਜਾਨ। ਇਹੋ ਜਿਹਾ ਜਿਹੜਾ ਹਿਸਾਬ ਕਿਤਾਬ ਹੈ ਜੇ ਤੂੰ ਲਿਖਣਾ ਜਾਣੇ। ਤੂੰ ਜਿਸ ਤੇ ਊਨ ਨ ਹੋਏ। ਜਿਸ ਤੇ ਹਸ ਲੇਖਾ ਲਿਖ ਜਾਨ ਤੂੰ,
ਇਸ ਤਰ੍ਹਾਂ ਦਾ ਜਿਹੜਾ ਲਿਖਣਾ ਤੂੰ ਜਾਣ ਹਿਸਾਬ ਕਿਤਾਬ, ਜਿਸ ਤੇ ਊਨ ਨ ਹੋਏ। ਇਸ ਕਰਕੇ ਤੈਨੂੰ ਫਿਰ ਕੋਈ ਘਾਟ ਨਹੀਂ ਹੋਵੇਗੀ। ਲਿਖੋ ਨਾਮ ਤੇ ਸਿਫਤ ਲਿਖ, ਹਾਂ, ਤੂੰ ਪਰਮੇਸ਼ਰ ਦੇ ਨਾਮ ਸੰਬੰਧੀ ਜਿੰਨਾ ਮਰਜੀ ਲਿਖ ਤੇ ਉਹਦੀ ਸਿਰਸਲਾ ਜਿੰਨੀ ਮਰਜੀ ਲਿਖ। ਅੰਤ ਨ ਪਰ ਔਰ ਕੋਏ, ਇਹਦੇ ਉਰਾਰ ਪਾਰ ਦਾ ਅੰਤ ਕੋਈ ਨਹੀਂ ਹੈ, ਜਿੰਨਾ ਮਰਜੀ ਲਿਖ ਸੰਬੰਧੀ। ਚੌਪਈ ਜਿਹ ਸਥਾਨ ਲੇਖਾ ਯਮ ਲਈ। ਨਾਰਾ ਕਹਿੰਦੇ ਉਹ ਗੋਪਾਲ ਪਾਂਦੇ, ਜਿਸ ਸਥਾਨ ਤੇ ਜਿਹੜੇ ਜਮਦੂਤ ਲੇਖਾ ਲੈਣਗੇ, ਹਿਸਾਬ ਲੈਣਗੇ। ਸੱਚ ਨਿਸ਼ਾਨੀ ਹੇਰ ਆ ਮਚੇਈ, ਜਿਹੜਾ ਤੂੰ ਪਰਮੇਸ਼ਰ ਦੇ ਨਾਮ ਸੰਬੰਧੀ ਲਿਖਿਆ, ਉਹਦੀ ਸਿਵ ਸਭਾ ਲਿਖੀ ਹੈ, ਉਹਦੇ ਆਰ ਪਾਰ ਦਾ ਅੰਤ ਨਹੀਂ ਇਹ ਲਿਖਿਆ, ਇਹ ਸੱਚ ਦੀ ਨਿਸ਼ਾਨੀ ਹੋਊਗੀ ਤੇਰੇ ਕੋਲ। ਇਹਨੂੰ ਦੇਖ ਕੇ ਤੈਨੂੰ ਉਹ ਛੱਡ ਦੇਣਗੇ। ਕੋਸ਼ਪ ਹੋਏ ਸ਼ਾਹ ਕੋ ਜੈਸੇ, ਇਸ ਤਰ੍ਹਾਂ ਵੀ ਗੋਪਾਲ ਪਾਂਦੇ ਕੋਈ ਪਾਤਸ਼ਾਹ ਦਾ ਖਜ਼ਾਨਚੀ ਹੋਵੇ, ਤਿਹ ਤੇ ਸੁਲਕ ਭ੍ਰਿਤ ਲੈ ਕੈਸੇ। ਉਹ ਪਾਤਸ਼ਾਹ ਦੇ ਖਜ਼ਾਨਚੀ ਦੇ ਪਾਸੋਂ ਉਹਦਾ ਜਿਹੜਾ ਕੋਈ ਨੌਕਰ ਹਿਸਾਬ ਕਿਤਾਬ ਲੇਖਾ ਜੋਖਾ ਥੋੜੋ ਲੈਂਦਾ ਹੁੰਦਾ ਹੈ। ਆਪ ਉਪਾਇਨ ਦੇ ਮਿਲੈ ਉਹ ਹੈ, ਜਿਹੜਾ ਨੌਕਰ ਚਾਕਰ ਹੁੰਦਾ ਉਹ ਤਾਂ ਪਾਤਸ਼ਾਹ ਦੇ ਖਜ਼ਾਨਚੀ ਨੂੰ ਆਪ ਭੇਟਾ ਦੇ ਕੇ ਮਿਲਦਾ ਹੁੰਦਾ ਹੈ। ਡਰ ਔਰ ਕਰਪੁਨ ਸੁਖ ਚ ਚੱਲੈ ਹੈ, ਖਜ਼ਾਨਚੀ ਤੋਂ ਵਿਰਦੇ ਵੇ ਡਰ ਕਰਕੇ ਪੁਨः ਸਕੋ ਜੇ ਪਿੱਛੇ ਜੇ ਹੋ ਕੇ ਚੱਲਦਾ ਹੁੰਦਾ। ਸਤਿਕਾਰ ਲਈ ਵੀ ਇਹ ਪਾਤਸ਼ਾਹ ਦਾ ਖਜ਼ਾਨਚੀ ਹੈ। ਜੇ ਮਾੜਾ ਮੋਟਾ ਮੈਂ ਪੁੱਛ ਪੜਤਾਲ ਕੀਤੀ ਤੇ ਮੇਰੀ ਸ਼ਿਕਾਇਤ ਲੱਗ ਜਾਏਗੀ। ਅਸ ਲੇਖਾ ਜੇ ਤੁਬ ਔਰ ਪਾਦਾ, ਮਹਾਰਾਜ ਕਹਿੰਦੇ ਗੋਪਾਲ ਪਾਂਦਾ ਇਹੋ ਜਿਹਾ ਜਿਹੜਾ ਲੇਖਾ ਜੋਖਾ ਜੇ ਤੇਰੇ ਹਿਰਦੇ ਚ ਲਿਖਣਾ ਆਉਂਦਾ ਹੈ, ਉਦਰਹਿ ਗੋਭਵ ਸਿੰਧ ਅਗਾਧਾ। ਇਹ ਤਾਂ ਜਿਹੜਾ ਸੰਸਾਰ ਸਮੁੰਦਰ ਅਗਾਧ ਹਾਥ ਤੋਂ ਰਹਿ ਤੇ ਉਦੋਂ ਤੂੰ ਉਧਰ ਜਾਏਗਾ, ਪਾਰ ਲੰਘ ਜਾਏਗਾ, ਨਹੀਂ ਤਾਂ ਡੁੱਬੇਗਾ। ਜੀਵ ਅਨੋਜ ਜਾਏ ਜਿਹ ਪਾਈ, ਜਦੋਂ ਕਹਿੰਦੇ ਜਿਹੜਾ ਜੀਵ ਹੈ ਨਿੰਮੋ ਚੂਨਾ ਨਤਾਣਾ ਜਾ ਹੋ ਕੇ ਜਾਂਦਾ ਹੈ ਅੱਗੇ ਨੂੰ। ਪਰਮ ਮੀਤ ਜੋ ਤਹਾ ਸੁਹਾਈ, ਇਹ ਜਿਹੜਾ ਪਰਮੇਸ਼ਰ ਦੇ ਨਾਮ ਸੰਬੰਧੀ ਲਿਖਿਆ, ਸਿਰ ਸੰਬੰਧੀ ਲਿਖਿਆ, ਇਹ ਕਹਿੰਦੇ ਮੋਰ ਜਿਵੇਂ ਮਿੱਤਰ ਹੁੰਦਾ, ਇਸ ਤਰ੍ਹਾਂ ਫਿਰ ਇਹ ਕਹਿੰਦੇ ਸਹਾਇਤਾ ਕਰਦਾ ਹੈ ਉੱਥੇ। ਸਾਰਬ ਭੂਮ ਸ਼ਰਨ ਜਿਹ ਪਰਨਾ, ਇਸੇ ਤਰ੍ਹਾਂ ਜਿਹੜਾ ਚੱਕਰਵਰਤੀ ਪਾਤਸ਼ਾਹ ਦੀ ਸ਼ਰਨ ਦਾ ਜਿਹਨੂੰ ਪਰਨਾ ਕੀ ਇਹ ਸਹਾਰਾ ਆਸਰਾ ਹੈ। ਤਿਨ ਨਰ ਔਰ ਡਰ ਕਿਉ ਫਿਰ ਉਹ ਕਰਨਾ, ਗੋਪਾਲ ਪਾਂਦੇ ਉਹ ਜਿਹੜਾ ਪੁਰਸ਼ ਹੈ ਉਹਨੇ ਹਿਰਦੇ ਵਿੱਚ ਭਲਾ ਹੋਰ ਕਿਸੇ ਕੋਲੋਂ ਕਿਵੇਂ ਡਰ ਕਰਨਾ ਹੈ। ਦੋਹਰਾ ਸੁਨ ਸਰੋਨਨ ਮਨ ਗੁਣ ਹੈ ਪੁਨ, ਇਧਰ ਜਿਹੜਾ ਗੋਪਾਲ ਪਾਂਦਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣ ਕੇ ਤੇ ਫਿਰ ਵਿਚਾਰਦਾ ਹੈ। ਪਾਦੇ ਅਚਰਜ ਕੀ ਚੀਨ, ਗੋਪਾਲ ਪਾਂਦੇ ਨੇ ਅਚਰਜੀ ਸੁਜਾਨਾ ਕੀਤਾ ਹੈ। ਦੁਤੀਏ ਇੰਦ ਰਾਕਿੰਦ ਜਿਉ, ਕਹਿੰਦੇ ਜਿਵੇਂ ਦੂਰ ਦਾ ਚੰਦਰਮਾ ਹੋਵੇ ਉਹ ਜਿਹੜੇ ਗੁਰੂ ਨਾਨਕ ਸਾਹਿਬ ਭਾਵੇਂ ਦੂਰ ਦੇ ਚੰਦਰਮਾ ਵਾਂਗੂ ਛੋਟੇ ਜਿਹੇ ਹੈ, ਪਰ ਕਹਿੰਦੇ ਜਿਵੇਂ ਪੂਰਨਮਾਸੀ ਦੇ ਚੰਦਰਮਾ ਦੀ ਚਾਨਣੀ ਹੁੰਦੀ ਹੈ। ਜੌਨ ਬੈਨ ਇਨ ਕੀਨ, ਇਹਨੇ ਜਿਹੜੇ ਬਚਨ ਪੂਰਨਮਾਸੀ ਦੇ ਚੰਦਰਮਾ ਵਾਂਗੂ ਕੀਤੇ ਹੈ, ਭਾਵੇਂ ਜੂਝ ਦੇ ਚੰਦਰਮਾ ਵਾਂਗੂ ਛੋਟੇ ਜੇ ਬਾਲਕੀ। ਚੌਪਈ ਚਿਤ ਚਕੋਰ ਰੁਚ ਚਮਕੀ ਚਾਰੂ, ਇਹ ਗੋਪਾਲ ਪਾਂਦੇ ਦਾ ਚਿਤ ਚਕੋਰ ਵਾਂਗ ਹੋ ਗਿਆ। ਹੋਰ ਕਹਿੰਦੇ ਸੋਹਣੀ ਜਿਹੜੀ ਉੱਚੀ ਜਮਕੀ ਅੰਦਰੋਂ ਜਾਗੀ ਹੈ। ਬਾਲਨ ਤੁਲ ਬਾਲ ਅਚਾਰੂ, ਕਹਿੰਦੇ ਵੀ ਆ ਬੱਚੇ ਹੋਰ ਸਕੂਲ ਦੇ ਵਿੱਚ ਬੇਅੰਤ ਇਹਨਾਂ ਵਰਗੇ ਬੱਚੇ, ਇਸ ਗੁਰੂ ਨਾਨਕ ਬੱਚੇ ਦਾ ਤਾਂ ਕਰਤੱਵ ਹੈ ਨਹੀਂ। ਕਲਾ ਵਿਸਾਲ ਦਇਆਲ ਭਲ ਭਾਂਤੀ, ਇਹਨਾਂ ਵਿੱਚ ਤਾਂ ਬੜੀ ਕਲਾ ਹੈ, ਇਹ ਤਾਂ ਬਹੁਤ ਚੰਗੀ ਤਰ੍ਹਾਂ ਦਿਆਲੂ ਹੈ। ਜਨ ਕਲਮਲ ਕਲ ਬਲ ਆ ਰਾਤੀ, ਜਾਣੀ ਜਿਹੜੇ ਪਾਪ ਹੈ ਨਾ ਕਲਮਲ ਪਾਪ ਹੈ ਕਲਯੁਗ ਦੇ ਬਲੀ, ਉਹਨਾਂ ਦੇ ਬਹੁਤ ਤਕੜੇ ਅਰਾਤੀ ਕੀ ਇਹ ਬੈਰੀ ਹਨ ਗੁਰੂ ਨਾਨਕ ਸਾਹਿਬ। ਸੂਝ ਪਰੀ ਬੂਜਨ ਹਿਤ ਉਦਤਿਓ, ਜਦੋਂ ਇਹ ਗੋਪਾਲ ਪਾਂਦੇ ਨੂੰ ਸਮਝ ਪਈ ਹੈ ਫਿਰ ਪੁੱਛਣ ਲਈ ਤਿਆਰ ਹੋਇਆ ਹੈ। ਕਮਲ ਬਦਨ ਅਲ ਬਚ ਗੁਰ ਵਿਦਤਿਓ, ਕਮਲ ਵਰਗੇ ਮੁਖ ਤੋਂ ਇਸ ਤਰ੍ਹਾਂ ਕਹਿੰਦੇ
ਭੋਰੇ ਵਾਂਗੂ ਜਿਹੜਾ ਬਚਨ ਹੈ ਗੁਰੂ ਮਹਾਰਾਜ ਦੇ ਸਾਹਮਣੇ ਇਸਨੇ ਪ੍ਰਗਟ ਕੀਤਾ ਹੈ। ਆਰਜ ਸੁਜਨ ਭਜਨ ਜਲ ਮੀਨਾ। ਕਹਿੰਦੇ ਮਹਾਰਾਜ ਸੁਣੋ, ਜਿਹੜੇ ਸ੍ਰੇਸ਼ਟ ਪਰਮੇਸ਼ਰ ਦੇ ਭਗਤ ਜਨ ਹੈ, ਜਿਨ੍ਹਾਂ ਦਾ ਕਹਿੰਦੇ ਭੋਜਨ ਜਲ ਮੀਨਾ, ਜਿਹੜਾ ਭੋਜਨ ਹੈ ਇਹ ਪਰਮੇਸ਼ਰ ਦਾ ਜਿਹੜਾ ਭੋਜਨ ਹੈ, ਨਾਮ ਰੂਪੀ ਭੋਜਨ ਹੈ, ਇਸ ਜਲ ਦੇ ਵਿੱਚ ਕਹਿੰਦੇ ਮੀਨ ਮੱਛੀ ਵਾਂਗੂ ਰਹਿੰਦੇ ਆ, ਆਪ ਨਾਮ ਰੂਪੀ ਭੋਜਨ ਛਕਦੇ ਹਨ। ਸੁਨੇ ਸੁ ਦੇਖੇ ਮੈਂ ਅਤ ਦੀਨਾ। ਮੈਂ ਮਹਾਰਾਜ ਦੁਨੀਆ ਵਿੱਚ ਸੁਣੇ ਵੀ ਹੈ ਤੇ ਦੇਖੇ ਆ, ਜਿਹੜੇ ਭਜਨ ਸਿਮਰਨ ਕਰਨ ਵਾਲੇ ਬਹੁਤੇ ਗਰੀਬ ਜੇ ਹੁੰਦੇ ਆ, ਨੰਗ ਮਲੰਗ ਜੇ ਹੁੰਦੇ ਆ। ਅਸਨ ਵਸਨ ਤਨ ਪ੍ਰਾਪਤ ਨਾਹੀ। ਨਾ ਮਹਾਰਾਜ ਨਾਮ ਜਪਣ ਵਾਲਿਆਂ ਨੂੰ ਨਾ ਚੰਗਾ ਕਹਿੰਦੇ ਵਸਤਰ ਮਿਲਦਾ ਪਕੜਨ ਨੂੰ, ਨਾ ਖਾਣ ਨੂੰ ਚੰਗਾ ਮਿਲਦਾ, ਮੰਗ ਤੁੰਗ ਕੇ ਗੁਜ਼ਾਰਾ ਕਰਦੇ ਹੁੰਦੇ। ਆਵਹਿ ਖਾਹੇ ਰੰਗ ਜੇ ਆਹੀ। ਜਿਵੇਂ ਗਰੀਬ ਲੋਕ ਹੁੰਦੇ ਉਹਨਾਂ ਵਰਗੇ ਹੁੰਦੇ, ਆ ਜੇ ਤਾਂ ਖਾ ਲੈਂਦੇ, ਨਹੀਂ ਵਿਚਾਰੇ ਭਜਨ ਕਰਨ ਵਾਲੇ ਭੁੱਖੇ ਤੇ ਆਏ ਮਰਦੇ ਹੁੰਦੇ। ਇਸ ਕਰ ਮੁਰ ਉਰ ਸ਼ਰਦਾ ਹਾਰੀ। ਇਸ ਕਰਕੇ ਮਹਾਰਾ ਉਹ ਨਾਮ ਜਪਣ ਵਾਲਿਆਂ ਨੂੰ, ਭਗਤੀ ਕਰਨ ਵਾਲਿਆਂ ਨੂੰ ਇਹੋ ਜਿਹਾ ਹਾਲ ਦੇ ਕੇ ਮੇਰੀ ਜਿਹਦਾ ਦੀ ਸ਼ਰਧਾ ਨਾਸ ਹੋ ਗਈ ਹੈ ਵੀ ਨਾਮ ਜਪ ਕੇ ਰੱਬ ਦੀ ਸਿਲਸਿਲਾਗਾ ਕਰਕੇ ਤਾਂ ਭੁੱਖੇ ਮਰਨਾ ਹੁੰਦਾ। ਸਿਰ ਮਰਨਾ ਸਭ ਹਿਰ ਇੱਕ ਸਾਰੀ। ਬਾਕੀ ਮਹਾਰਾਜ ਜਿਹੜਾ ਸਾਰਿਆਂ ਦੇ ਸਿਰ ਤੇ ਜਿਹੜਾ ਮਰਨਾ ਤਾਂ ਇੱਕੋ ਜਿਹਾ ਹੈ, ਭਾਵੇਂ ਭਗਤੀ ਕਰਕੇ ਮਰੇ, ਭਾਵੇਂ ਦੂਜਾ ਖਾ ਪੀ ਕੇ ਮਰੇ, ਮਰਨਾ ਤਾਂ ਹੈ ਹੀ ਹੈ ਨਾ। ਦੋਹਰਾ ਧਾਰਾ ਧੀਰ ਦਾ ਧਰਮ ਧੁਰ। ਮਹਾਰਾਜ ਕਹਿੰਦੇ ਜੋ ਧਰਤੀ ਨੂੰ ਤੇ ਧਰਮ ਨੂੰ ਧੀਰ ਦੇਣ ਵਾਲੇ ਹਨ, ਪਾਦੇ ਕੇ ਸੁਨ ਪੈ। ਇਹੋ ਜਿਹੇ ਬਚਨ ਸੁਣ ਕੇ ਨਾ ਗੋਪਾਲ ਪਾਂਡੇ ਦੇ ਵੀ ਭਜਨ ਕਰਨ ਵਾਲੇ ਭੁੱਖੇ ਧਿਆਏ ਮਰਦੇ ਔਖੇ ਹੁੰਦੇ। ਦੁਤੀਏ ਸ਼ਬਦ ਪਦ ਵਦਨ ਤੇ। ਫਿਰ ਕਹਿੰਦੇ ਇਸ ਸ਼ਬਦ ਦਾ ਦੂਸਰਾ ਜਿਹੜਾ ਪਦ, ਦੂਸਰੀ ਪੌੜੀ ਆਪ ਜੀ ਨੇ ਉਚਾਰਨ ਕੀਤੀ। ਬਜਤੰਗ ਸ਼ਰਦਾ ਦੇਨ। ਇਹਦੇ ਹਿਰਦੇ ਵਿੱਚ ਵੀ ਸ਼ਰਧਾ ਦੇਣ ਵਾਸਤੇ ਵੀ ਪਰਮੇਸ਼ਰ ਦੇ ਜਿਹੜੇ ਭਗਤ ਹੈ ਭੁੱਖੇ ਧਿਆਏ ਨਹੀਂ ਮਰਦੇ, ਉਹਨਾਂ ਦਾ ਬਹੁਤ ਚੰਗਾ ਅੱਗੇ ਹਾਲ ਹੁੰਦਾ ਹੈ। ਸ੍ਰੀ ਮੁਖ ਵਾਕ ਜਿੱਥੈ ਮਿਲਹਿ ਵਡਿਆਈ। ਮਹਾਰਾਜ ਕਹਿੰਦੇ ਗੋਪਾਲ ਪਾਂਡੇ, ਜਿੱਥੇ ਪ੍ਰਲੋਕ ਵਿੱਚ ਵਡਿਆਈਆਂ ਮਿਲਦੀਆਂ ਉਹਨਾਂ ਸਦ ਖੁਸ਼ੀਆ ਸਦ ਚਾਉ। ਨਾਮ ਜਪਣਿਆਂ ਨੂੰ ਕਹਿੰਦੇ ਸਦਾ ਖੁਸ਼ੀਆਂ ਹੁੰਦੀਆਂ, ਹਮੇਸ਼ਾ ਚਾਅ ਚੜਿਆ ਰਹਿੰਦਾ ਅੱਗੇ ਜਾ ਕੇ। ਤਿੰਨ ਮੁਖ ਟਿਕੇ ਨਿਕਲ ਉਹ ਜਿਹੜੇ ਹੈ। ਭਜਨ ਸਿਮਰਨ ਕਰਨ ਵਾਲੇ ਉਹਨਾਂ ਦੇ ਮੂੰਹ ਤੇ ਜਸ ਦੇ ਟਿੱਕੇ ਕਰਦੇ, ਹਰ ਪਾਸੇ ਉੱਤੇ ਜੈ ਜੈਕਾਰ ਹੁੰਦੀ ਹੈ। ਜਿਨ ਮਨ ਸੱਚਾ ਨਾਮ। ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਵਸਿਆ ਹੁੰਦਾ ਹੈ। ਕਰਮ ਮਿਲੇ ਤਾ ਪਾਈਐ। ਜੇ ਕੋਈ ਨਿਸ਼ਕਾਮ ਕਰਮ ਕੀਤੇ ਹੋਣ ਫਿਰ ਮਿਲਦਾ ਤਾਂ ਪਾਈਦਾ ਹੈ, ਨਾਹੀ ਗੱਲੀ ਵਾਉ ਦੁਆਉ। ਨਹੀਂ ਤਾਂ ਬਾਕੀ ਜਿਹੜੀਆਂ ਗੱਲਾਂ ਹੈ ਉਹ ਤਾਂ ਹਵਾ ਦੇ ਦੁਆ ਵਾਂਗ ਹੀ ਕਹਿੰਦੇ ਬੇਅਰਥ ਹੈ। ਜਿਹੜੇ ਜੱਕੜ ਮਾਰਨੇ ਕਿਸੇ ਕੰਮ ਨਹੀਂ, ਨਾਮ ਜਪਣੇ ਕੰਮ ਆਉਂਦਾ ਗੇ। ਚੌਪਈ ਨਹਿ ਪਾਦਾ ਉਰ ਧਾਰ ਹੋਐਸੇ। ਮਹਾਰਾਜ ਕਹਿੰਦੇ ਗੋਪਾਲ ਪਾਂਡੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਨਾ ਤੂੰ ਧਾਰ। ਅਗਿਆਨੀ ਨਰ ਮਰ ਹੈ ਜੈਸੇ। ਜਿਹੜੇ ਅਗਿਆਨੀ ਪੁਰਸ਼ ਇੱਥੋਂ ਕਹਿੰਦੇ ਮਰਦਾ ਔਖਾ ਹੁੰਦਾ, ਵੀ ਉਹ ਭਜਨ ਸਿਮਰਨ ਕਰਨ ਵਾਲਾ ਵੀ ਔਖਾ ਹੋ ਕੇ ਮਰਦਾ ਤੇ ਅੱਗੇ ਵੀ ਸ਼ਾਇਦ ਔਖਾ ਹੋਊਗਾ। ਸਹਸ ਸ਼ੋਕਨ ਸੋ ਮਰਨਾ ਤਿੰਨ ਕੋ। ਜਿਹੜੇ ਅਗਿਆਨੀ ਪੁਰਸ਼ ਹੈ ਉਹਨਾਂ ਦਾ ਜਿਹੜਾ ਮਰਨਾ ਹੁੰਦਾ ਬੜੇ ਸ਼ੋਕ ਸਹਿਤ ਹੁੰਦਾ ਹੈ, ਉਹ ਡੁੱਬੇ ਪੈਂਦੇ ਹੁੰਦੇ ਉਹਨਾਂ ਨੂੰ। ਜਨਮ ਜੋਨ ਪੁਨ ਪੁਨ ਤਿੰਨ ਗੁਣ ਗਨ ਕੋ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਅਗਿਆਨੀ ਬਣੇ ਰਹੇ, ਉਹਨਾਂ ਨੂੰ ਪੁਨਾ ਪੁਨਾ ਜਨਮ ਧਾਰਨੇ ਪੈਂਦੇ। 84 ਲੱਖ ਜੂਨੀ ਵਿੱਚ ਕਿੰਨੇ ਕੁ ਜਨਮ ਧਾਰਿਓ ਗਿਣ ਕੇ ਦੱਸੇ ਕੋਈ। ਨਿਤ ਚਿਤ ਹਰਖਤ ਸੰਤ ਸੁਖੈਨਾ। ਇਧਰ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹਮੇਸ਼ਾ ਸੌਖੇ, ਹਮੇਸ਼ਾ ਚਿੱਤ ਵਿੱਚ ਖੁਸ਼ ਹੁੰਦੇ ਹਨ। ਜਮ ਦੂਤਨ ਤੇ ਤਿੰਨ ਮਨ ਭੈਨਾ। ਕਿਉਂਕਿ ਜਿਹੜੇ ਧਰਮਰਾਜ ਦੇ ਦੂਤ ਹੈ ਉਹਨਾਂ ਤੋਂ ਉਹਨਾਂ ਦੇ ਮਨ ਵਿੱਚ ਕੋਈ ਭੈ ਡਰ ਹੁੰਦਾ ਹੀ ਨਹੀਂ। ਸਾਧ ਖੁਸ਼ੀਆ ਚਿਤ ਚਾਓ ਕਨੇਰਾ। ਉਹਨਾਂ ਨੂੰ ਤਾਂ ਸਦਾ ਖੁਸ਼ੀਆਂ ਪ੍ਰਾਪਤ ਹੈ, ਚਿੱਤ ਵਿੱਚ ਹਮੇਸ਼ਾ ਚਾਅ ਚੜਿਆ ਰਹਿੰਦਾ। ਜਪਤ ਨਾਮ
ਨਾਮ ਹਰ ਹੇਰਹਿ ਨੇਰਾ। ਵਾਹਿਗੁਰੂ ਦਾ ਨਾਮ ਜਪ ਕੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖਦੇ ਹਰ ਪਾਸੇ। ਚਿਤ ਅਚਿੰਤ ਤਨ ਤਾਜ ਜਬ ਜਾਏ। ਆ ਚਿੰਤਾ ਚਿਤ ਵਿੱਚ ਬੇਚਿੰਤ ਹੋਏ ਜਦੋਂ ਸ੍ਰੀ ਛੱਡ ਕੇ ਚਲੇ ਜਾਂਦੇ ਮਹਾਤਮਾ। ਆਗੇ ਮਿਲਹਿ ਤਿਨਹਿ ਅੱਗੇ ਵਡਿਆਈ। ਪਰਲੋਕ ਵਿੱਚ ਉਹਨਾਂ ਨੂੰ ਬੜੀਆਂ ਵਡਿਆਈਆਂ ਹਾਸਲ ਹੁੰਦੀਆਂ। ਜਸ ਕੇ ਨਿਕਸਹਿ ਮਸਤਕ ਟੀਕਾ। ਉਹ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਦੇ ਜਸ ਦੇ ਮੱਥੇ ਤੇ ਟਿੱਕੇ ਨਿਕਲਦੇ ਆ, ਉਹਨਾਂ ਦਾ ਜਸ ਕੀਤਾ ਜਾਂਦਾ। ਸੁਜਨ ਭਜਨ ਮਹਿ ਜਿਨ ਮਨ ਨੀਕਾ। ਸੇਠ ਜਿਹੜੇ ਪੁਰਸ਼ ਹੈ ਜਿਨ੍ਹਾਂ ਦਾ ਭਜਨ ਸਿਮਰਨ ਵਿੱਚ ਮਨ ਚੰਗੀ ਤਰ੍ਹਾਂ ਲੱਗਿਆ ਹੁੰਦਾ, ਜੁੜਿਆ ਹੁੰਦਾ ਹੈ। ਦੋਹਰਾ ਸ੍ਰੀ ਪਰਮੇਸ਼ਰ ਅਤ ਦਇਆ। ਜਿਹੜਾ ਪਰਮੇਸ਼ਰ ਵਾਹਿਗੁਰੂ ਬਹੁਤ ਹੀ ਦਇਆ। ਜਿਹ ਨਰ ਪ੍ਰਾਪਤ ਨਾਮ। ਜਿਹਦੇ ਤੇ ਪਰਮੇਸ਼ਰ ਦੀ ਦਇਆ ਹੁੰਦੀ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ। ਬਾਤੈਂ ਬਕਨੀ ਬਦਨ ਤੇ। ਬਾਕੀ ਤਾਂ ਗੋਪਾਲ ਪਾਂਦੇ ਜਿਹੜੇ ਮੁਖ ਤੋਂ ਐਵੇਂ ਗੱਲਾਂ ਬਾਤਾਂ ਮਾਰਨੀਆਂ ਹਨ, ਬਕਵਾਸ ਮਾਰਨੇ ਹਨ। ਬਾਤ ਸਰਸ ਬਿਨ ਕਾਮ। ਉਹ ਤਾਂ ਕਹਿੰਦੇ ਸਾਰੀਆਂ ਗੱਲਾਂ ਜਿਹੜੀਆਂ ਕਹਿੰਦੇ ਹਵਾ ਦੇ ਤਲ ਬਿਨਾਂ ਕਾਮੋਂ ਸਾਰੀਆਂ ਨਿਕੰਮੀਆਂ, ਉਹ ਕਿਸੇ ਅਰਥ ਨਹੀਂ ਹਨ। ਇਸ ਕਰਕੇ ਪਰਮੇਸ਼ਰ ਦਾ ਭਜਨ ਸਿਮਰਨ ਕਰਨਾ, ਨਾਮ ਜਪਣਾ, ਇਹ ਅਸਲੀ ਲੇਖਾ ਹੈ। ਉਹਦੀ ਸਿਰ ਸਲਾਘਾ ਕਰਨੀ, ਇਹ ਉਹਦਾ ਅਸਲੀ ਲੇਖਾ ਜੋਖਾ ਹੈ। ਇਸੇ ਤਰ੍ਹਾਂ ਜਿਹੜਾ ਇਹ ਲਿਖਣਾ, ਇਹ ਪਰਮੇਸ਼ਰ ਤੇਰਾ ਕੁੰਤ ਨਹੀਂ ਆਰ ਪ੍ਰਾਰ ਦਾ, ਇਸ ਤਰ੍ਹਾਂ ਦਾ ਜਿਹੜਾ ਲਿਖਣਾ ਲਿਖਾਉਣਾ ਹਿਸਾਬ ਕਿਤਾਬ ਕਰਨਾ, ਇਹ ਤਾਂ ਕਿਸੇ ਲੇਖੇ ਵਿੱਚ ਚੰਗਾ ਲਾਭ ਹਿਸਾਬ ਹੈ। ਇਹਦੇ ਨਾਲ ਬੇਅੰਤ ਲਾਭ ਹੁੰਦਾ ਹੈ। ਜਿਹੜਾ ਤੂੰ ਕੁਝ ਕਿਹਾ ਵੀ ਉਹ ਇੱਥੇ ਭੁੱਖਾ ਤੇ ਮਰਦਾ, ਅੱਗੇ ਵੀ ਉਹ ਐਂ ਹੋਊਗਾ। ਇਸ ਕਰਕੇ ਮੇਰੀ ਸ਼ਰਧਾ ਚਲੀ ਗਈ ਵੀ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਨਾਮ ਦੇ ਜਾਪ ਦੇ ਨਾਲ ਮਨੁੱਖ ਨੂੰ ਬੇਅੰਤ ਬੇਅੰਤ ਲਾਭ ਹੁੰਦਾ ਹੈ, ਉਹ ਕਈ ਵਾਰੀ ਇਸ ਤਰ੍ਹਾਂ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਵੀ ਨਾਮ ਜਪਣ ਦੇ ਸੰਬੰਧੀ ਵਿਚਾਰ ਚੱਲ ਪਈ ਸੀ ਕਿ ਮਹਾਰਾਜ ਜਿਹੜੇ ਕੋਈ ਭਜਨ ਸਿਮਰਨ ਕਰਦੇ ਵੀ ਉਹਨਾਂ ਵੱਲੋਂ ਜੇ ਦੇਖੀਏ ਤੇ ਉਹਨਾਂ ਕੋਲ ਕੋਈ ਖਾਣ ਪੀਣ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੁੰਦਾ ਹੈ, ਕੋਈ ਵਸਤਰ ਵੀ ਨਹੀਂ ਚੰਗੇ ਹੁੰਦੇ ਹੈ, ਤੇ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਉਹ ਘਿਰੇ ਹੁੰਦੇ ਆ, ਦੁੱਖ ਉਹਨਾਂ ਨੂੰ ਜ਼ਿਆਦਾ ਆਉਂਦੇ ਹਨ। ਤੇ ਇਹ ਕਾਰਨ ਕੀ ਹੈ? ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਆਪਣੇ ਮੁਖਾਰਬਿੰਦ ਤੋਂ ਪਵਿੱਤਰ ਬਾਣੀ ਉਚਾਰਨ ਕਰਕੇ ਕਿਹਾ ਸੀ, ਤੇ ਕਹਿੰਦੇ ਵੀ ਠੀਕ ਹੈ ਜਿਹੜੇ ਕੋਈ ਆ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਦੂਜੇ ਪਾਸੇ ਲੱਗ ਕੇ ਨਾ ਜਾਦੂ ਮੰਤਰ ਤਵੀਤ ਧਾਗੇ ਟੂਣੇ ਟੂਣੇ ਜੇ ਕਰਦੇ, ਹਥੌਲੇ ਕਰਦੇ, ਸ਼ਿਵ ਜੀ ਦੇ ਉਪਾਸ਼ਕ ਹੈ। ਰੁਦਰ ਭਗਤ ਜਗ ਮਾਹੇ ਸੁਖ ਕੇ ਦਿਵ ਸਦਾ ਭਰੇ। ਇਹ ਜਿਹੜੇ ਸ਼ਿਵ ਦੀ ਜੀ ਉਪਾਸਕ ਉਹਦੀ ਭਗਤੀ ਕਰਦੇ ਆ, ਠੀਕ ਹੈ, ਇੱਥੇ ਕਹਿੰਦੇ ਸੁਖ ਦੇ ਦਿਨ ਮਾਣਦੇ ਆ, ਬਹੁਤ ਕੁਛ ਨਾ ਹੁੰਦਾ ਕੋਲ। ਮਰਾ ਫਿਰ ਆਵੇ ਜਾਹੇ ਫਲ ਕਿਛ ਲੈਤ ਨਾ ਮੁਕਤ ਕੋ। ਕਹਿੰਦੇ ਐ ਸਰੀਰ ਤੋਂ ਬਾਅਦ ਫਿਰ ਮਰ ਜਾਂਦੇ ਆ, ਫਿਰ ਜੰਮ ਪੈਂਦੇ ਆ, ਫਿਰ ਜੰਮ ਪੇ ਫਿਰ ਮਰ ਗਏ। ਕਦੇ ਮੁਕਤੀ ਰੂਪੀ ਫਲ ਨਹੀਂ ਕੋਈ ਇਹ ਲੈਂਦਾ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਕਰਕੇ ਦੂਜਿਆਂ ਦਾ ਨਾਮ ਜਪਦੇ ਹੈ, ਦੂਜਿਆਂ ਦੇ ਚਲੀਸੇ ਕੱਢਦੇ ਹੈ, ਤੇ ਦੂਜੇ ਪਾਸੇ ਜਿਹੜੇ ਪਰਮੇਸ਼ਰ ਦੇ ਭਗਤ ਪ੍ਰੈਣ ਹੈ, ਉਹ ਕਹਿੰਦੇ ਇਸ ਕਰਕੇ ਠੀਕ ਹੈ ਵੀ ਇਹ ਜਿਹੜੇ ਪਰਮੇਸ਼ਰ ਦੇ ਸਿਮਰਨ ਕਰਨ ਵਾਲੇ ਹੈ ਉਹ ਇੱਥੇ ਦੁਖੀ ਰਹਿੰਦੇ ਹਨ, ਤੇ ਅੱਗੇ ਉਹ ਜਾ ਕੇ ਜਿਹੜੇ ਸੁਖ ਲੈਂਦੇ ਹਨ। ਇਸ ਤਰ੍ਹਾਂ ਇਹ ਦੋ ਦੋਹਰੇ ਆਪ ਜੀ ਨੇ ਮੁੱਖੋਂ ਉਚਾਰਨ ਕਰਕੇ ਜਣਾਇਆ ਸੀ ਵੀ ਸੁਨ ਭੂਪਤ ਜਾ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਿਤ ਹੈ ਮੁਕਤ ਫਲ ਪਾਵਤ ਹੈ ਭਗਵੰਤ। ਇਹ ਠੀਕ ਹੈ ਜਿਹੜੇ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਵਾਲੇ ਹੈ, ਆਪਣੇ ਸਾਰੇ ਪਿਛਲਾਂ ਦੇ ਕਰਮਾਂ ਦੀ ਗਤੀ ਨੂੰ ਜਾਣ ਕੇ ਉਹ ਨਿਸ਼ਕਾਮ ਰਹਿੰਦੇ ਹੈ,
ਨਿਸ਼ਕਾਮ ਹੋ ਕੇ ਭਜਨ ਸਿਮਰਨ ਕਰਦੇ ਆ। ਪਿਛਲਾ ਜਿਹੜਾ ਕੀਤਾ ਕਰਮ ਉਸ ਦੇ ਸੰਬੰਧ ਵਿੱਚ ਮਾਫ ਕਰਾਉਣ ਲਈ ਕੋਈ ਨਹੀਂ ਉਹ ਕੁਝ ਕਹਿੰਦੇ। ਉਹ ਕਹਿੰਦੇ ਜਿਵੇਂ ਕੀਤਾ ਹੈ ਸਰੀਰ ਨੇ ਪਿਛਲੇ ਜਨਮਾਂ ਵਿੱਚ ਉਵੇਂ ਖੁਸ਼ੀ ਹੋ ਕੇ ਭੋਗੇ, ਇਸ ਕਰਕੇ ਉਹ ਦੁਖੀ ਰਹਿੰਦੇ ਹੈ। ਪਰ ਅੰਤ ਲਹਿਤ ਹੈ ਮੁਕਤ ਫਲ, ਅਖੀਰ ਨੂੰ ਕਹਿੰਦੇ ਮੁਕਤੀ ਰੂਪੀ ਫਲ ਲੈ ਲੈਂਦੇ ਹੈ। ਪਾਵਤ ਹੈ ਭਗਵਾਨ ਪਰਮੇਸ਼ਰ ਦੇ ਖੁੱਲੇ ਦਰਸ਼ਨ ਦੀਦਾਰ ਪਾਉਂਦੇ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਸਿੰਘਾਂ ਦੇ ਵਿੱਚ ਬੈਠਿਆ ਇਹ ਨਾਮ ਸੰਬੰਧੀ ਕੁਝ ਬਚਨ ਵਿਲਾਸ ਕੀਤੇ ਸਨ ਵੀ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਇਹ ਠੀਕ ਹੈ। ਪਿਛਲੇ ਕਰਮ ਅਨੁਸਾਰ ਕਰਕੇ ਇੱਥੇ ਉਹਨਾਂ ਨੂੰ ਦੁੱਖ ਸੁੱਖ ਆਉਂਦੇ। ਦੂਜਾ ਕਾਰਨ ਵੀ ਇਹ ਹੁੰਦਾ ਪਰਮੇਸ਼ਰ ਇਹ ਕਹਿੰਦੇ ਉਹਨਾਂ ਤੇ ਮਿਹਰ ਹੀ ਕਰ ਰਿਹਾ ਹੁੰਦਾ ਹੈ ਵੀ ਉਹ ਇਸੇ ਸਰੀਰ ਵਿੱਚ ਕਈ ਜਨਮਾਂ ਦੇ ਜਿਹੜੇ ਪਾਪ ਰੂਪ ਕਰਮਾਂ ਇੱਥੇ ਭੁਗਾ ਕੇ ਖਤਮ ਕਰ ਰਿਹਾ ਹੁੰਦਾ ਵੀ ਫਾਸਤਾ ਵੱਢ ਰਿਹਾ ਹੁੰਦਾ। ਤਰ੍ਹਾਂ ਤਰ੍ਹਾਂ ਦੇ ਦੁੱਖ ਰੋਗਾਂ ਵਿੱਚ ਪਾ ਪੂ ਕੇ ਅੱਗੇ ਵਾਸਤੇ ਸਾਰਾ ਖਹਿੜਾ ਛੁੱਟ ਜਾਂਦਾ ਹੈ ਉਹਨਾਂ ਦਾ। ਇਸ ਤਰ੍ਹਾਂ ਕੁਝ ਕਾਰਨ ਹੁੰਦੇ ਭਜਨ ਸਿਮਰਨ ਕਰਨ ਵਾਲੇ ਨੂੰ ਜਿਹੜਾ ਕੋਈ ਜ਼ਿਆਦਾ ਦੁੱਖ ਆਉਂਦੇ ਉਹ ਪਿਛਲਾ ਸਾਰੇ ਜਨਮਾਂ ਦਾ ਫਾਹਾ ਵੱਢਿਆ ਜਾ ਰਿਹਾ ਇਸ ਜਨਮ ਵਿੱਚ। ਜਿਵੇਂ ਭਾਈ ਭਗਤ ਵੀ ਉਹ ਮਰਨ ਸਮੇਂ ਬਹੁਤ ਔਖਾ ਸੀ। ਉਹ ਇੱਕ ਤਾਂ ਵਿਸ਼ਾਲੀਆਂ ਜਿਹੀਆਂ ਲੱਗੀਆਂ ਦੱਸਦੇ ਮਰੋੜੇ ਜਿਹੇ ਲੱਗ ਗਏ ਸੀ। ਬੁਰਾ ਹਾਲ ਹੋ ਦੇਖ ਕੇ ਮਾਲਵੇ ਦੇ ਸਿੱਖ ਕਹਿਣ ਲੱਗੇ ਮਹਾਰਾਜ ਤੁਹਾਨੂੰ ਦੇਖ ਕੇ ਬੁਰਾ ਹਾਲ ਵਿੱਚ ਤਾਂ ਸਾਨੂੰ ਸੰਸਾ ਹੋਇਆ। ਬੇਟਾ ਗੁਰੂ ਦਾ ਸੇਵਕ ਸੇਵਾ ਕਰਨ ਵਾਲਾ ਖੇਤੀ ਦਾ ਕੰਮ ਕਰਨ ਵਾਲਾ ਭਾਈ ਭਗਤੂ ਮਰਨ ਸਮੇਂ ਔਖਾ ਹੋ ਰਿਹਾ ਤੇ ਇਹ ਗੱਲ ਕੀ ਹੈ। ਫਿਰ ਇਹਦੇ ਤੀਜੀ ਅੱਖ ਖੁੱਲੀ ਹੋਈ ਸੀ। ਕਹਿੰਦੇ ਇਹ ਵੀ ਹਿਸਾਬ ਲਿਖਦਾ ਇੱਥੇ ਨਿਬੜ ਰਹੇ ਆ। ਕਹਿੰਦੇ ਮਹਾਰਾਜ ਦੱਸੋ। ਕਹਿੰਦੇ ਆ ਮਾਰਵਾੜ ਦੇ ਇਲਾਕੇ ਦੇ ਜਿਹੜੇ ਲੋਕ ਆ ਕਹਿੰਦੇ ਨਿਰਦਈ ਹੈ ਕਸਾਈ ਹੈ। ਇਹ ਜਦੋਂ ਕਦੇ ਮੱਝ ਦਾ ਕੱਟਾ ਕੁੱਟਾ ਜਾਂ ਮਰ ਜਾਂਦਾ ਕਦੇ ਮੂੜੀ ਦੇ ਕੇ ਫਿਰ ਦੁੱਧ ਚੋਂਦੇ ਉਹ ਗੜਵੀ ਲਿਆ ਕੇ ਮੈਨੂੰ ਵੀ ਪਿਆ ਦਿੰਦੇ ਸੀ। ਕਹਿੰਦੇ ਉਹ ਜਿਹੜਾ ਹਿਸਾਬ ਕਿਤਾਬ ਹੈ ਨਾ ਇੱਥੇ ਪੂਰਾ ਕਰ ਰਹੇ ਅੱਗੇ ਨਹੀਂ ਲਿਜਾਣਾ ਹੈ। ਸਾਫ ਸੁਥਰੇ ਹੋ ਕੇ ਅੱਗੇ ਮੌਜ ਨਾ ਜਾਵਾਂਗੇ। ਇਸ ਕਰਕੇ ਵੀ ਇਹ ਕੋਈ ਦੁੱਖ ਜਿਹੜਾ ਹੈ ਨਾ ਤੁਸੀਂ ਦੇਖ ਕੇ ਸੰਸਾ ਕਰ ਰਹੇ ਵੀ ਐਡੇ ਭਗਤੂ ਨੂੰ ਸਿੱਖ ਨੂੰ ਹੋ ਰਿਹਾ ਇਹ ਅਗਲਾ ਸਾਰਾ ਹਿਸਾਬ ਕਿਤਾਬ ਖਤਮ ਹੋ ਰਿਹਾ ਹੈ। ਸੋ ਇਸ ਕਰਕੇ ਇਹ ਸਿਮਰਨ ਦਾ ਨਾਮ ਜਪਣ ਦਾ ਫਲ ਹੈ ਵੀ ਇੱਥੇ ਉਹਦਾ ਇਸੇ ਸਰੀਰ ਵਿੱਚ ਹੀ ਸਾਰੇ ਕਰਮਾਂ ਦਾ ਲੇਖਾ ਜੋਖਾ ਖਤਮ। ਅੱਗੇ ਜਾ ਕੇ ਉਹ ਹਮੇਸ਼ਾ ਤਿੱਥੈ ਭਗਤ ਬਸੈ ਕੀ ਲੋ ਕਰੈ ਆਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਉੱਥੇ ਜਾ ਵਸਦਾ ਹੈ। ਔਰ ਉਹ ਵਿਚਾਰ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਤੀਸਰੀ ਪੌੜੀ ਇਹਦੇ ਪਰਥਾਂ ਵਿਚਾਰਨ ਕੀਤੀ ਸੀ। ਫਿਰ ਇਹਨੇ ਸ਼ੱਕਾ ਕੀਤੀ ਸੀ ਵੀ ਬੜੇ ਬੜੇ ਜਿਹੜੇ ਚੱਕਰਵਰਤੀ ਪਾਤਸ਼ਾਹ ਹੈ ਉਹਨਾਂ ਕੋਲੇ ਬੜੇ ਧਨ ਪਦਾਰਥ ਬੜੀਆਂ ਸਹੂਲਤਾਂ ਹੁੰਦੀਆਂ ਉਹ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਕੋਈ ਚੰਗਾ ਕਰਮ ਨਹੀਂ ਕਰਦੇ ਮਾੜੇ ਕੰਮਾਂ ਵਿਸ਼ਿਆਂ ਵਿੱਚ ਪ੍ਰਵਿਰਤ ਰਹਿੰਦੇ ਹੈ ਤੇ ਉਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ ਹੈ ਕੋਈ ਫਲ ਫੁੱਲ ਨਹੀਂ ਮਿਲਦਾ ਹੈ। ਤੇ ਉਹਨਾਂ ਦਾ ਅੱਗੇ ਕੀ ਹਾਲ ਹੁੰਦਾ ਹੋਊਗਾ ਉਹ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਤੀਸਰੀ ਪੌੜੀ ਉਚਾਰਨ ਕਰਕੇ ਨਿਰਣਾ ਕੀਤਾ ਸੀ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਪੜ੍ਹ ਲਵਾਂਗੇ। ਅੱਜ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸ੍ਰੀ ਪਰਮੇਸ਼ਰ ਅਤਿ ਦਇਆ ਜਿਹ ਨਾਰ ਪ੍ਰਾਪਤ ਨਾਮ ਬਾਤੈ ਬਕਨੀ ਵਦਨ ਤੇ ਬਾਤ ਸਰਸ ਬਿਨ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।